Hello students, today is the third lecture of chassis, body and transmission, and we are discussing about the first chapter of the syllabus, which is suspension system. So in suspension system we are studying about the types of suspension springs. Number one, leaf springs. Number two, coil spring. Number three, torsion bar. And number four, air spring. In previous lecture, we discussed about the types of leaf springs. Last lecture ਦੇ ਵਿੱਚ ਅਸੀਂ ਲੀਫ ਸਪ੍ਰਿੰਗ ਬਾਰੇ ਪੜ੍ਹਿਆ ਸੀਗਾ ਤੇ ਲੀਫ ਸਪ੍ਰਿੰਗ ਦੀਆਂ ਟਾਈਪਸ ਬਾਰੇ ਪੜ੍ਹਿਆ ਸੀਗਾ। ਅਸੀਂ ਮੇਨਲੀ ਚਾਰ ਤਰ੍ਹਾਂ ਦੀਆਂ ਟਾਈਪਸ ਪੜ੍ਹੀਆਂ ਸੀਗੀਆਂ ਲੀਫ ਸਪ੍ਰਿੰਗ ਦੀਆਂ, ਜਿਹਦੇ ਵਿੱਚ ਇੱਕ ਸੀਗਾ ਸੈਮੀ ਇਲਿਪਟੀਕਲ, ਦੂਸਰਾ ਸੀਗਾ ਇਲਿਪਟੀਕਲ, ਥਰਡ ਸੀਗਾ ਫੁੱਲ ਇਲਿਪਟੀਕਲ ਤੇ ਇੱਕ ਸੀਗਾ ਟਰਾਂਸਵਰਸ। ਚਾਰ ਟਾਈਪ ਸੀਗੀਆਂ ਸੈਮੀ ਇਲਿਪਟੀਕਲ, ਇਲਿਪਟੀਕਲ, ਟਰਾਂਸਵਰਸ ਤੇ ਕੁਆਟਰ ਇਲਿਪਟੀਕਲ, ਸੌਰੀ ਚਾਰ ਟਾਈਪ ਸੀਗੀਆਂ। ਉਹਨਾਂ ਬਾਰੇ ਆਪਾਂ ਸਟੱਡੀ ਕੀਤਾ ਸੀਗਾ ਵੀ ਲੀਫ ਸਪ੍ਰਿੰਗ ਕਿੱਦਾਂ ਬਣਦਾ ਹੈ, ਕਿੱਦਾਂ ਕੰਮ ਕਰਦਾ ਹੈ, ਕਿੱਥੇ ਆਪਾਂ ਉਹਨੂੰ ਯੂਜ਼ ਕਰਦੇ ਹਾਂ, ਕਿੱਦਾਂ ਯੂਜ਼ ਕਰਦੇ ਹਾਂ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਸਟੱਡੀ ਕੀਤਾ ਸੀਗਾ। ਹੁਣ ਅੱਗੋਂ ਜਿਹੜੀਆਂ ਤਿੰਨ ਟਾਈਪਸ ਰਹਿ ਗਈਆਂ ਨੇ, ਕੋਇਲ ਸਪ੍ਰਿੰਗ, ਟੋਰਸ਼ਨ ਬਾਰ ਤੇ 에ਅਰ ਸਪ੍ਰਿੰਗ, ਅਸੀਂ ਉਹਨਾਂ ਬਾਰੇ ਹੁਣ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲੇ ਆਪਾਂ ਗੱਲ ਅੱਜ ਕਰਾਂਗੇ ਕੋਇਲ ਸਪ੍ਰਿੰਗ ਬਾਰੇ, ਫਿਰ ਟੋਰਸ਼ਨ ਬਾਰ ਬਾਰੇ ਗੱਲ ਕਰਾਂਗੇ, ਦੈਨ ਅਸੀਂ 에ਅਰ ਸਪ੍ਰਿੰਗ ਬਾਰੇ ਗੱਲ ਕਰਾਂਗੇ। ਜੇ ਅਸੀਂ ਕੋਇਲ ਸਪ੍ਰਿੰਗ ਦੀ ਗੱਲ ਕਰਦੇ ਹਾਂ, ਕੋਇਲ ਸਪ੍ਰਿੰਗ ਤੁਸੀਂ ਸਭ ਨੇ ਦੇਖਿਆ ਹੋਏਗਾ। ਕੋਇਲ ਸਪ੍ਰਿੰਗ ਅਸੀਂ ਇਸ ਚੀਜ਼ ਨੂੰ ਕੋਇਲ ਸਪ੍ਰਿੰਗ ਕਹਿੰਦੇ ਹਾਂ ਜਿਹੜਾ ਕੋਇਲ ਦੀ ਫਾਰਮ ਦੇ ਵਿੱਚ ਹੁੰਦਾ ਹੈ, ਇਹਨੂੰ ਅਸੀਂ ਕਹਿੰਦੇ ਹਾਂ ਕੋਇਲ ਸਪ੍ਰਿੰਗ। ਇਹ ਯੈਲੋ ਕਲਰ ਦੇ ਵਿੱਚ ਦਿਖਾਇਆ ਵਾਹੀਕਲ ਦੇ ਵਿੱਚ ਲੱਗਾ ਹੋਇਆ, ਤੇ ਬਾਹਰ ਆਪਾਂ ਜਿਹੜਾ ਦੇਖਦੇ ਪਏ ਹਾਂ ਜਸਟ ਤੁਹਾਨੂੰ ਇੱਕ ਵੈਸੇ ਇਮੇਜ ਦਿਖਾਈਏ ਵੀ ਕਿੱਦਾਂ ਦਾ ਕੋਇਲ ਸਪ੍ਰਿੰਗ ਹੁੰਦਾ ਹੈ। ਕੋਇਲ ਸਪ੍ਰਿੰਗ ਅਸੀਂ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ 'ਚ ਯੂਜ਼ ਕਰਦੇ ਹਾਂ। ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਕੀ ਹੈ ਉਹ ਅਸੀਂ ਅੱਗੇ ਸਟੱਡੀ ਕਰਾਂਗੇ। ਪਹਿਲੇ ਆਪਾਂ ਜਦੋਂ ਸਭ ਤੋਂ ਪਹਿਲੇ ਕੋਇਲ ਸਪ੍ਰਿੰਗ ਬਾਰੇ ਗੱਲ ਕਰਦੇ ਹਾਂ ਤਾਂ ਕੀ ਕਹਿੰਦੇ ਹੋ, ਦੀ ਕੋਇਲ ਸਪ੍ਰਿੰਗ ਇਜ਼ ਮੇਡ ਆਫ ਏ length of spring steel rod which is round in cross section by winding it in the shape of coil। ਵੀ ਜਿਹੜਾ ਕੋਇਲ ਸਪ੍ਰਿੰਗ ਹੈ ਨਾ ਉਹ ਸਪ੍ਰਿੰਗ ਸਟੀਲ ਤੋਂ ਬਣਿਆ। ਤੁਸੀਂ ਜਿੰਨੇ ਵੀ ਸਪ੍ਰਿੰਗ ਦੇਖੇ ਨੇ ਇਸ ਤੋਂ ਪਹਿਲੇ, ਲੀਫ ਸਪ੍ਰਿੰਗ ਦੀ ਆਪਾਂ ਗੱਲ ਕੀਤੀ ਸੀਗੀ ਉਹ ਵੀ ਸਪ੍ਰਿੰਗ ਸਟੀਲ ਤੋਂ ਬਣਿਆ। ਸਪ੍ਰਿੰਗ ਸਟੀਲ ਦੀਆਂ ਸ਼ੀਟਸ ਨੇ ਫਲੈਟ, ਉਹਨਾਂ ਤੋਂ ਆਪਾਂ ਲੀਫ ਸਪ੍ਰਿੰਗ ਬਣਾਉਂਦੇ ਆ। ਤੇ ਹੁਣ ਆਪਾਂ ਅੱਗੇ ਜੇ ਕੋਇਲ ਸਪ੍ਰਿੰਗ ਦੀ ਗੱਲ ਕਰਦੇ ਪਏ ਆ, ਤੇ ਕੋਇਲ ਸਪ੍ਰਿੰਗ ਵੀ ਜਿਹੜਾ ਹੈ ਉਹ ਵੀ ਇੱਕ ਤਰ੍ਹਾਂ ਬਣਿਆ ਸਪ੍ਰਿੰਗ ਸਟੀਲ ਦੀ ਰੋਡ ਤੋਂ ਹੀ ਹੈ। ਦੀ ਕੋਇਲ ਸਪ੍ਰਿੰਗ ਇਜ਼ ਮੇਡ ਆਫ ਏ ਲੈਂਥ ਆਫ ਸਪ੍ਰਿੰਗ ਸਟੀਲ ਰੋਡ। ਸਪ੍ਰਿੰਗ ਸਟੀਲ ਦੀ ਇੱਕ ਰੋਡ ਲਈ ਆਪਾਂ, ਇੱਕ ਲੈਂਥ ਲਈ, ਉਹ ਰੋਡ ਜਿਹੜੀ ਕ੍ਰੋਸ ਸੈਕਸ਼ਨ ਜਿਹਦਾ ਰਾਉਂਡ ਸੀਗਾ, ਜਿਹਦਾ ਕ੍ਰੋਸ ਸੈਕਸ਼ਨ ਗੋਲ ਸੀਗਾ, ਉਹਦੇ ਨੂੰ ਅਸੀਂ ਇੱਕ ਕੋਇਲ ਦੀ ਸ਼ੇਪ ਦੇ ਦਿੱਤੀ, ਉਹਨੂੰ ਵਾਈਂਡ ਕਿੱਦਾਂ ਕਰਤਾ, ਇੱਕ ਕੋਇਲ ਵਾਂਗੂ ਵਾਈਂਡ ਕਰਤਾ, ਤੇ ਉਹਨੂੰ ਅਸੀਂ ਕਹਿਤਾ ਕੋਇਲ ਸਪ੍ਰਿੰਗ। ਇੱਕ ਅਸੀਂ ਸਪ੍ਰਿੰਗ ਸਟੀਲ ਦੀ ਰੋਡ ਲਈ ਉਹ ਰੋਡ ਲੈਣੀ ਹੈ ਜਿਹਦਾ ਕ੍ਰੋਸ ਸੈਕਸ਼ਨ ਰਾਉਂਡ ਹੈ, ਮਤਲਬ ਸਰਕੂਲਰ ਕ੍ਰੋਸ ਸੈਕਸ਼ਨ ਹੈ, ਸਕੁਅਰ ਨਹੀਂ ਲੈਣੀ ਆਪਾਂ, ਠੀਕ ਹੈ। ਇੱਕ ਅਸੀਂ ਸਪ੍ਰਿੰਗ ਸਟੀਲ ਦੀ ਰੋਡ ਲਵਾਂਗੇ, ਲੈਂਥ ਲਵਾਂਗੇ, ਜਿਹਦਾ ਕ੍ਰੋਸ ਸੈਕਸ਼ਨ ਕੀ ਹੋਏਗਾ, ਰਾਉਂਡ ਹੋਏਗਾ। ਉਹਨੂੰ ਅਸੀਂ ਜਦੋਂ ਕੋਇਲ ਦੀ ਫਾਰਮ ਦੇ ਵਿੱਚ ਲਪੇਟ ਦਾਂਗੇ, ਕੋਇਲ ਦੀ ਫਾਰਮ ਦੇ ਵਿੱਚ ਘੁਮਾ ਦਾਂਗੇ, ਉਹਨੂੰ ਅਸੀਂ ਕਹਾਂਗੇ ਕੋਇਲ ਸਪ੍ਰਿੰਗ, ਠੀਕ ਹੈ। ਇਹ ਜਿਹੜੀ ਵਾਇਰ ਹੈ ਜਾਂ ਜਿਹੜੀ ਆਪਾਂ ਰੋਡ ਯੂਜ਼ ਕੀਤੀ ਹੈ ਉਹਦੇ ਡਾਇਆਮੀਟਰ ਨੂੰ ਅਸੀਂ ਕਹਿੰਦੇ ਹਾਂ ਵਾਇਰ ਡਾਇਆਮੀਟਰ। ਇਹ ਵਾਲੀ ਜਿਹੜਾ ਆਪਾਂ ਵਾਇਰ ਯੂਜ਼ ਕੀਤੀ ਯੈਲੋ ਕਲਰ ਦੀ ਵਾਇਰ ਤੋਂ ਸਪ੍ਰਿੰਗ ਬਣਿਆ, ਇਹਨੂੰ ਅਸੀਂ ਕਹਾਂਗੇ ਵਾਇਰ ਡਾਇਆਮੀਟਰ। ਕਿੰਨੀ ਮੋਟੀ ਵਾਇਰ ਲਈ, ਤੇ ਇੱਥੋਂ ਲੈ ਕੇ ਇੱਥੇ ਤੱਕ, ਮਤਲਬ ਇਹ ਜਿਹੜੀ ਚੀਜ਼ ਹੈ ਕਿੰਨਾ ਉਹਨੇ ਟਰਨ ਲਿਆ, ਕੋਇਲ ਨੇ ਕਿੰਨਾ ਟਰਨ ਲਿਆ, ਉਹਨੂੰ ਅਸੀਂ ਕਹਾਂਗੇ ਕੋਇਲ ਡਾਇਆਮੀਟਰ। ਇਹ ਚੀਜ਼ ਜਿਹੜੀ ਹੈ ਇਹ ਕੋਇਲ ਡਾਇਆਮੀਟਰ ਹੈ। ਤੇ ਜਿਹੜੀ ਵਾਇਰ ਦੀ ਮੋਟਾਈ ਹੈ ਉਹ ਵਾਇਰ ਡਾਇਆਮੀਟਰ ਹੈ। ਇਸ ਕਰਕੇ ਕਦੀ ਵੀ ਕੋਇਲ ਡਾਇਆਮੀਟਰ ਤੇ ਵਾਇਰ ਡਾਇਆਮੀਟਰ ਦੇ ਵਿਚਕਾਰ ਕਨਫਿਊਜ਼ ਨਹੀਂ ਹੋਣਾ। ਕੋਇਲ ਡਾਇਆਮੀਟਰ ਮਤਲਬ ਸਪ੍ਰਿੰਗ ਦਾ ਕਿੰਨਾ ਡਾਇਆਮੀਟਰ ਹੈ, ਤੇ ਵਾਇਰ ਡਾਇਆਮੀਟਰ ਕੀ ਹੋਇਆ, ਵਾਇਰ ਕਿੰਨੀ ਮੋਟੀ ਲਈ ਹੈ। ਜੇ ਆਪਾਂ ਇਸ ਸਪ੍ਰਿੰਗ ਦੀ ਗੱਲ ਕਰਦੇ ਹਾਂ, ਇਸ ਸਪ੍ਰਿੰਗ ਦਾ ਡਾਇਆਮੀਟਰ ਏਦਾਂ ਗੋਲ ਹੈ, ਇਹ ਜੀ ਕੋਇਲ ਡਾਇਆਮੀਟਰ। ਵਾਇਰ ਜਿਹੜੀ ਮੋਟੀ ਹੈ ਉਹ ਹੋ ਗਿਆ ਵਾਇਰ ਡਾਇਆਮੀਟਰ, ਠੀਕ ਹੈ। ਇੱਥੋਂ ਤੁਹਾਨੂੰ ਇੱਕ ਗੱਲ ਕਲੀਅਰ ਹੋਏਗੀ ਵੀ ਕੋਇਲ ਸਪ੍ਰਿੰਗ ਜਿਹੜਾ ਹੈ ਉਹ ਵੀ ਸਪ੍ਰਿੰਗ ਸਟੀਲ ਦੀ ਇੱਕ ਰੋਡ ਤੋਂ ਬਣਦਾ ਹੈ। ਉਹ ਸਪ੍ਰਿੰਗ ਸਟੀਲ ਦੀ ਰੋਡ ਲੈਣੀ ਆਪਾਂ ਜਿਹਦਾ ਕ੍ਰੋਸ ਸੈਕਸ਼ਨ ਜਿਹੜਾ ਹੈ ਰਾਉਂਡ ਹੈ, ਠੀਕ ਹੈ। ਉਹਨੂੰ ਅਸੀਂ ਵਾਈਂਡ ਕੀਤਾ ਇੱਕ ਕੋਇਲ ਦੀ ਸ਼ੇਪ ਦੇ ਵਿੱਚ, ਤੇ ਅਸੀਂ ਉਹਨੂੰ ਕਹਿਤਾ ਕੋਇਲ ਸਪ੍ਰਿੰਗ। ਇਟਸ ਐਂਡਸ ਆਰ ਮੇਡ ਫਲੈਟ ਸੋ ਦੈਟ ਇਟ ਕੈਨ ਸੀਟ ਪ੍ਰੋਪਰਲੀ। ਹਾਂਜੀ, ਅੱਗੋਂ ਕੀ ਕਿਹਾ ਜੀ ਉਹਨਾਂ ਨੇ ਕਿਹਾ ਜਿਹੜੇ ਕੋਇਲ ਸਪ੍ਰਿੰਗ ਦੇ ਐਂਡ ਨੇ, ਸਿਰੇ ਨੇ, ਇੱਕ ਐਂਡ ਹੋ ਗਿਆ, ਇੱਕ ਐਂਡ ਹੋ ਗਿਆ।
ਲਾਈਕ ਜਿੱਦਾਂ ਇੱਕ ਇੱਧਰ ਐਂਡ ਹੈ, ਇੱਕ ਇੱਧਰ ਐਂਡ ਹੈ ਦੂਜੇ ਪਾਸੇ। ਉਹਨਾਂ ਨੇ ਕੀ ਕਿਹਾ ਵੀ ਆਪਾਂ ਜਿਹੜੇ ਐਂਡ ਨੇ ਉਹਨਾਂ ਨੂੰ ਫਲੈਟ ਬਣਾਉਣਾ ਹੈ। ਇਹ ਦੇਖੋ, ਆਪਾਂ ਜਿਹੜੀ ਰੋਡ ਯੂਜ਼ ਕੀਤੀ ਸੀਗੀ ਉਹਦਾ ਕ੍ਰੋਸ ਸੈਕਸ਼ਨ ਸੀਗਾ ਸਰਕੂਲਰ, ਗੋਲ ਸੀਗਾ, ਬਟ ਉਹਦੇ ਜਿਹੜੇ ਐਂਡ ਨੇ, ਕਿਨਾਰੇ ਨੇ, ਉਹਨਾਂ ਨੂੰ ਅਸੀਂ ਫਲੈਟ ਕਰਤਾ। ਇੱਥੋਂ ਤੁਸੀਂ ਦੇਖ ਸਕੋਗੇ ਇਹ ਜਿੰਨੀਆਂ ਵੀ ਸਪਰਿੰਗ ਇੱਥੇ ਪਏ ਨੇ ਇਹ ਸਾਰੇ ਦੇ ਸਾਰੇ ਫਲੈਟ, ਇਹਨਾਂ ਦੇ ਜਿਹੜੇ ਐਂਡ ਨੇ ਉਹ ਫਲੈਟ ਨੇ। ਉਹ ਫਲੈਟ ਕਿਉਂ ਨੇ? ਤਾਂ ਜੋ ਇਟ ਕੈਨ ਸੀਟ ਪ੍ਰੋਪਰਲੀ, ਜਦੋਂ ਅਸੀਂ ਇਹਨਾਂ ਨੂੰ ਕਿਤੇ ਫਿੱਟ ਕਰੀਏ ਤੇ ਇਹ ਸਹੀ ਜਗ੍ਹਾ ਤੇ ਫਿੱਟ ਹੋ ਜਾਣ, ਸਹੀ ਤਰ੍ਹਾਂ ਫਿੱਟ ਹੋ ਜਾਣ, ਮਤਲਬ ਆਪਣੇ ਕਿਤੇ ਰੱਖਣ ਜੋਗੀ ਸੀਟ ਬਣਾ ਲੈਣ ਆਪਣੇ ਜੋਗੀ। ਇਸ ਕਰਕੇ ਇਹਨਾਂ ਦੇ ਸਿਰਿਆਂ ਨੂੰ ਕੀ ਕੀਤਾ ਗਿਆ? ਫਲੈਟ ਕੀਤਾ ਗਿਆ। ਜੇ ਇਹ ਸਿਰੇ ਫਲੈਟ ਨਾ ਹੁੰਦੇ, ਰਾਉਂਡ ਹੁੰਦੇ, ਤੇ ਇਹਨਾਂ ਦੀ ਸੀਟ ਜਿਹੜੀ ਸੀਗੀ ਉਹ ਪ੍ਰੋਪਰ ਗ੍ਰਿਪ ਜਿਹੜੀ ਸੀਗੀ ਉਹ ਨਹੀਂ ਸੀ ਬਣਨੀ। ਇਸ ਕਰਕੇ ਇਹਨਾਂ ਦੇ ਸਿਰਿਆਂ ਨੂੰ ਕੀ ਕਰਤਾ? ਅਸੀਂ ਫਲੈਟ ਕਰਾ। ਅੱਗੋਂ ਕੀ ਕਹਿੰਦੇ ਨੇ ਵੀ ਆਪਾਂ ਕੋਇਲ ਸਪਰਿੰਗ ਨੂੰ ਯੂਜ਼ ਕਿੱਥੇ ਕਰਦੇ ਆ? Coil springs are used mainly in independent suspension system, although they can be used in conventional suspension also. ਜਿਹੜੇ coil spring ਨੇ ਉਹਨਾਂ ਨੂੰ ਅਸੀਂ independent suspension system 'ਚ use ਕਰਦੇ ਆ, ਬਟ ਕਿਤੇ ਕਿਤੇ ਆਪਾਂ ਇਹਨਾਂ ਨੂੰ ਜਿਹੜੇ ਆਪਾਂ ਰੈਗੂਲਰ ਸਸਪੈਂਸ਼ਨ ਸਿਸਟਮ ਯੂਜ਼ ਕਰਦੇ ਆ ਉਹਨਾਂ ਦੇ ਵਿੱਚ ਵੀ ਯੂਜ਼ ਕਰ ਦਿੰਦੇ ਆ। ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਕੀ ਹੈ ਇਹ ਅਸੀਂ ਅੱਗੇ ਚੈਪਟਰ ਦੇ ਵਿੱਚ ਪੜਾਂਗੇ। ਹੁਣ ਮੈਂ ਤੁਹਾਨੂੰ ਰਫਲੀ ਦੱਸ ਦਿੰਦਾ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਦਾ ਮਤਲਬ ਕੀ ਹੁੰਦਾ ਹੈ। ਉਹ ਸਸਪੈਂਸ਼ਨ ਸਿਸਟਮ ਜਿਹਦੇ ਵਿੱਚ ਹਰ ਟਾਇਰ ਦਾ ਆਪਣਾ ਅਲੱਗ ਸਸਪੈਂਸ਼ਨ ਸਿਸਟਮ ਹੋਵੇ। ਫੋਰ ਐਗਜ਼ਾਮਪਲ ਜੇ ਆਪਾਂ ਇੱਧਰ ਦੇਖੀਏ ਇਹ ਵਾਲਾ ਜਿਹੜਾ ਵੀਲ ਹੈ ਇਹਦਾ ਆਪਣਾ ਇੱਕ ਅਲੱਗ ਸਸਪੈਂਸ਼ਨ ਸਿਸਟਮ ਹੈ ਇਹ ਰਿਹਾ। ਜੇ ਆਪਾਂ ਦੂਜੇ ਵੀਲ ਦੀ ਗੱਲ ਕਰਦੇ ਹਾਂ ਉਹਦਾ ਆਪਣਾ ਇੱਕ ਅਲੱਗ ਸਸਪੈਂਸ਼ਨ ਸਿਸਟਮ ਹੈ ਉਹ ਇਹ ਰਿਹਾ। ਇਹਨਾਂ ਨੇ ਵਿੱਚ ਕੀ ਯੂਜ਼ ਕੀਤਾ ਹੈ? ਕੋਇਲ ਸਪਰਿੰਗ ਯੂਜ਼ ਕੀਤੇ ਨੇ। ਸੋ ਕੋਇਲ ਸਪਰਿੰਗ ਅਸੀਂ ਮੇਨਲੀ ਉੱਥੇ ਯੂਜ਼ ਕਰਦੇ ਹਾਂ ਜਿੱਥੇ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਹੋਵੇ। ਕਾਰਾਂ ਦੇ ਵਿੱਚ ਜਿਹੜਾ ਫਰੰਟ ਵਾਲਾ ਵੀਲ ਹੈ ਉਹ ਹਮੇਸ਼ਾ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਤੇ ਕੰਮ ਕਰਦਾ ਹੈ। ਉਹ ਕਦੀ ਵੀ ਰਿਜਿਡ ਐਕਸਲ ਸਸਪੈਂਸ਼ਨ ਸਿਸਟਮ ਤੇ ਕੰਮ ਨਹੀਂ ਕਰਦਾ। ਦੋ ਤਰ੍ਹਾਂ ਦੇ ਸਸਪੈਂਸ਼ਨ ਸਿਸਟਮ ਅਸੀਂ ਮੇਨਲੀ ਪੜ੍ਹਦੇ ਹਾਂ, ਇੱਕ ਰਿਜਿਡ, ਇੱਕ ਇੰਡੀਪੈਂਡੈਂਟ। ਇੰਡੀਪੈਂਡੈਂਟ ਦਾ ਮਤਲਬ ਕੀ ਹੈ? ਹਰ ਟਾਇਰ ਦਾ ਆਪਣਾ ਅਲੱਗ ਸਸਪੈਂਸ਼ਨ ਸਿਸਟਮ ਹੈ। ਜਦੋਂ ਵੀ ਇੱਕ ਟਾਇਰ ਨੂੰ ਝਟਕਾ ਲੱਗਣਾ ਹੈ ਸਿਰਫ ਉਹਦਾ ਸਸਪੈਂਸ਼ਨ ਸਿਸਟਮ ਕੰਮ ਕਰੇਗਾ, ਦੂਜੇ ਦਾ ਨਾਲ ਕੰਮ ਨਹੀਂ ਕਰੇਗਾ। ਇਸ ਕਰਕੇ ਕੋਇਲ ਸਪਰਿੰਗ ਜਿਹੜੇ ਨੇ ਉਹ ਮੇਨਲੀ ਜਿਹੜੇ ਯੂਜ਼ ਹੁੰਦੇ ਨੇ ਉਹ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ 'ਚ ਹੀ ਯੂਜ਼ ਹੁੰਦੇ ਨੇ। ਕਿਤੇ ਨਾ ਕਿਤੇ ਆਪਾਂ ਕੋਈ ਕਨਵੈਨਸ਼ਨਲ ਸਿਸਟਮ ਦੇ ਵਿੱਚ ਵੀ ਕੋਇਲ ਸਪਰਿੰਗ ਨੂੰ ਯੂਜ਼ ਕਰਦੇ ਹਾਂ, ਬਟ ਮੇਨਲੀ ਆਪਾਂ ਕੋਇਲ ਸਪਰਿੰਗ ਨੂੰ ਯੂਜ਼ ਕਰਾਂਗੇ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਦੇ ਵਿੱਚ। ਇਸ ਗੱਲ ਨੂੰ ਮਾਈਂਡ 'ਚ ਰੱਖਣਾ ਹੈ। ਇੰਡੀਪੈਂਡੈਂਟ ਸਸਪੈਂਸ਼ਨ, ਇੰਡੀਪੈਂਡੈਂਟ ਦਾ ਮਤਲਬ ਹੁੰਦਾ ਆਜ਼ਾਦ, ਠੀਕ ਹੈ। ਉਹ ਸਸਪੈਂਸ਼ਨ ਸਿਸਟਮ ਜਿਹੜਾ ਆਪਣੇ ਐਂਡ ਤੋਂ ਆਜ਼ਾਦ ਹੈ, ਮਤਲਬ ਉਹਨੇ ਇੱਕੋ ਟਾਇਰ ਦੇ ਲਈ ਰਿਸਪੌਂਸੀਬਲ ਹੈ ਉਹ ਜਿਹਦੇ ਨਾਲ ਉਹ ਅਟੈਚ ਹੈ, ਉਹਨੂੰ ਦੂਸਰੇ ਟਾਇਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇਸ ਕਰਕੇ ਆਪਾਂ ਨੂੰ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਕਹਿੰਦੇ ਹਾਂ। ਹੁਣ ਜੇ ਆਪਾਂ ਕੋਇਲ ਸਪਰਿੰਗ ਯੂਜ਼ ਕਰਦੇ ਹਾਂ ਤੇ ਕੋਇਲ ਸਪਰਿੰਗ ਯੂਜ਼ ਕਰਨ ਦਾ ਕੋਈ ਫਾਇਦਾ ਹੋਏਗਾ ਤਾਂ ਹੀ ਆਪਾਂ ਕੋਇਲ ਸਪਰਿੰਗ ਯੂਜ਼ ਕੀਤੇ, ਨਹੀਂ ਤੇ ਲੀਫ ਸਪਰਿੰਗ ਨਾਲ ਕੰਮ ਬਹੁਤ ਵਧੀਆ ਚੱਲਦਾ ਪਿਆ ਸੀਗਾ, ਕਾਫੀ ਅੱਛਾ ਲੋਡ ਬੀਅਰ ਕਰਦੇ ਪਏ ਸੀਗੇ ਲੀਫ ਸਪਰਿੰਗ। ਉਹਨਾਂ ਨੇ ਕੀ ਕਿਹਾ? The advantage of using coil spring in place of leaf spring are, ਜੇ ਆਪਾਂ ਕੋਇਲ ਸਪਰਿੰਗ ਦੀ ਗੱਲ ਕਰਦੇ ਹਾਂ, ਕੋਇਲ ਸਪਰਿੰਗ ਦਾ ਲੀਫ ਸਪਰਿੰਗ ਨਾਲੋਂ ਕੀ ਫਾਇਦਾ ਹੈ ਉਹਦੇ ਬਾਰੇ ਆਪਾਂ ਇਹਦੇ ਚ ਡਿਸਕਸ ਕਰਦੇ ਹਾਂ। ਨੰਬਰ 1, ਇਟ ਸਟੋਰਸ ਮੋਰ એનર્ਜੀ ਪਰ ਯੂਨਿਟ ਵੋਲਿਊਮ ਦੈਨ ਲੀਫ ਸਪਰਿੰਗ। ਜੇ ਆਪਾਂ ਲੀਫ ਸਪਰਿੰਗ ਦੇ ਨਾਲ ਕੰਪੇਅਰ ਕਰੀਏ ਕੋਇਲ ਸਪਰਿੰਗ ਨੂੰ, ਜਿਹੜਾ ਕੋਇਲ ਸਪਰਿੰਗ ਹੈ ਉਹ ਜ਼ਿਆਦਾ એનર્ਜੀ ਸਟੋਰ ਕਰਦਾ ਹੈ ਪਰ ਯੂਨਿਟ ਵੋਲਿਊਮ ਦੈਨ ਲੀਫ ਸਪਰਿੰਗ। ਮਤਲਬ ਕੀ ਹੈ ਬਈ ਆਪਾਂ ਜੇ ਟਰੱਕ ਦੇ ਵਿੱਚ ਆਪਣਾ ਲੀਫ ਸਪਰਿੰਗ ਲਗਾਤਾ, ਉਸ ਲੀਫ ਸਪਰਿੰਗ ਨੇ ਜਿੰਨੀ ਜਗ੍ਹਾ ਘੇਰੀ, ਜੇ ਆਪਾਂ ਉਨੀ ਜਗ੍ਹਾ ਦੇ ਵਿੱਚ ਉਨੇ ਵੋਲਿਊਮ ਦੇ ਵਿੱਚ ਉਨੇ ਵੋਲਿਊਮ ਦਾ ਕੋਇਲ ਸਪਰਿੰਗ ਲਗਾ ਦਿੰਦੇ ਤੇ ਉਹਨੇ ਆਪਣੇ ਅੰਦਰ ਜ਼ਿਆਦਾ એનર્ਜੀ ਸਟੋਰ ਕਰਨੀ ਸੀਗੀ ਰੈਦਰ ਦੈਨ ਲੀਫ ਸਪਰਿੰਗ। ਮਤਲਬ ਵੋਲਿਊਮ ਤੁਸੀਂ ਸਮਝਦੇ ਹੀ ਹੋ ਕਿ ਕਿਸੇ ਚੀਜ਼ ਕਿੰਨੇ ਮਟੀਰੀਅਲ ਤੋਂ ਬਣੀ ਹੈ, ਠੀਕ ਹੈ। ਜੇ ਆਪਾਂ ਮੰਨ ਲਈਏ ਵੀ ਆਪਾਂ 1000 ਕਿਲੋ ਦਾ ਜਾਂ 100 ਕਿਲੋ ਦਾ ਇੱਕ ਲੀਫ ਸਪਰਿੰਗ ਲੈ ਲਿਆ ਤੇ 100 ਕਿਲੋ ਦਾ ਆਪਾਂ ਲੈ ਲਿਆ, ਕਿਲੋ ਨਾ ਲਈਏ ਆਪਾਂ ਮੀਟਰ ਕਿਊਬ ਦੀ ਗੱਲ ਕਰੀਏ ਕਿਉਂਕਿ ਵੋਲਿਊਮ ਕਿਹਾ ਉਹਨਾਂ ਨੇ, ਆਪਾਂ ਇੱਕ 100 ਮੀਟਰ ਕਿਊਬ ਦਾ ਲੀਫ ਸਪਰਿੰਗ ਲੈ ਲਿਆ ਤੇ ਦੂਜੇ ਸਾਈਡ ਤੇ ਆਪਾਂ 100 ਮੀਟਰ ਕਿਊਬ ਦਾ ਇੱਕ ਅਸੀਂ ਲੈ ਲਿਆ ਕੋਇਲ ਸਪਰਿੰਗ। ਜਿਹੜਾ ਕੋਇਲ ਸਪਰਿੰਗ ਹੋਏਗਾ ਉਹ ਆਪਣੇ ਅੰਦਰ ਜ਼ਿਆਦਾ એનર્ਜੀ ਨੂੰ ਸਟੋਰ ਕਰੇਗਾ ਰੈਦਰ ਦੈਨ ਲੀਫ ਸਪਰਿੰਗ। ਦੋ ਸਪਰਿੰਗ ਨੇ, ਇੱਕ ਕੋਇਲ ਸਪਰਿੰਗ ਹੈ, ਇੱਕ ਲੀਫ ਸਪਰਿੰਗ ਹੈ, ਦੋਨਾਂ ਦਾ ਜਿਹੜਾ ਵੋਲਿਊਮ ਹੈ ਉਹ 100 ਮੀਟਰ ਕਿਊਬ ਹੈ। ਵੋਲਿਊਮ ਹਮੇਸ਼ਾ ਕਿਊਬ ਦੇ ਵਿੱਚ ਹੁੰਦਾ ਹੈ। ਕੋਇਲ ਸਪਰਿੰਗ ਦਾ ਵੀ 100 ਮੀਟਰ ਕਿਊਬ ਹੈ ਤੇ ਲੀਫ ਸਪਰਿੰਗ ਦਾ ਵੀ 100 ਮੀਟਰ ਕਿਊਬ ਹੈ। ਹੁਣ ਉਹ ਕੀ ਕਹਿੰਦੇ ਨੇ ਵੀ ਜਿਹੜਾ ਲੀਫ ਸਪਰਿੰਗ ਹੋਏਗਾ ਉਹ ਆਪਣੇ ਅੰਦਰ ਜਿਹੜੀ એનર્ਜੀ ਸਟੋਰ ਕਰੇਗਾ ਉਹ ਘੱਟ ਕਰੇਗਾ
ਤੇ ਜਿਹੜਾ ਕੋਇਲ ਸਪ੍ਰਿੰਗ ਹੋਏਗਾ ਉਹ ਆਪਣੇ ਅੰਦਰ એનર્ਜੀ ਸਟੋਰ ਜਿਹੜੀ ਕਰੇਗਾ ਜ਼ਿਆਦਾ ਕਰੇਗਾ ਜੇ ਦੋਨਾਂ ਦਾ ਵੋਲਿਊਮ ਸੇਮ ਹੋਏਗਾ। ਠੀਕ ਹੈ, ਇਸ ਕਰਕੇ ਜਿਹੜੀ ਕੋਇਲ ਸਪ੍ਰਿੰਗ ਦੀ એનર્ਜੀ ਸਟੋਰ ਕਰਨ ਦੀ ਵੈਲਿਊ ਹੈ ਉਹ ਜ਼ਿਆਦਾ ਹੈ ਰੈਦਰ ਦੈਨ ਲੀਫ ਸਪ੍ਰਿੰਗ ਤੋਂ। ਇਸ ਕਰਕੇ ਆਪਾਂ ਲੀਫ ਸਪ੍ਰਿੰਗ ਨਾਲੋਂ ਪ੍ਰੈਫਰੈਂਸ ਦਿੱਤੀ ਕੋਇਲ ਸਪ੍ਰਿੰਗ। ਨੰਬਰ 2, ਇਟ ਡਸ ਨੋਟ ਪ੍ਰੋਡਿਊਸ ਐਨੀ ਨੋਇਸ। ਜਿਹੜਾ ਕੋਇਲ ਸਪ੍ਰਿੰਗ ਹੈ ਉਹ ਕਿਸੇ ਵੀ ਤਰ੍ਹਾਂ ਦੀ ਆਵਾਜ਼ ਨਹੀਂ ਪੈਦਾ ਕਰਦਾ। ਅਸੀਂ ਲੀਫ ਸਪ੍ਰਿੰਗ ਜਦੋਂ ਪੜਿਆ ਸੀਗਾ ਤਾਂ ਉਹਦੇ ਚ ਡਿਸਕਸ ਕੀਤਾ ਸੀਗਾ ਵੀ ਲੀਫ ਸਪ੍ਰਿੰਗ ਦੇ ਵਿੱਚ ਇੱਕ ਆਵਾਜ਼ ਪੈਦਾ ਹੁੰਦੀ ਹੈ ਜਦੋਂ ਇੱਕ ਪਲੇਟ ਦੂਜੀ ਪਲੇਟ ਦੇ ਉੱਪਰ ਘਿਸਦੀ ਹੈ ਜਾਂ ਚੱਲਦਾ ਲੀਫ ਸਪ੍ਰਿੰਗ, ਉਦੋਂ ਇੱਕ ਸਕਿੰਗ ਨਾਮ ਦੀ ਇੱਕ ਆਵਾਜ਼ ਜਿਹੜੀ ਹੈ ਉਹ ਪੈਦਾ ਹੁੰਦੀ ਸੀਗੀ। ਬਟ ਕੋਇਲ ਸਪ੍ਰਿੰਗ ਦੇ ਵਿੱਚ ਐਦਾਂ ਦੀ ਕੋਈ ਆਵਾਜ਼ ਨਹੀਂ ਪੈਦਾ ਹੋਏਗੀ, ਕੋਈ ਨੋਇਸ ਨਹੀਂ ਪੈਦਾ ਹੋਏਗੀ। ਮਤਲਬ ਜਿਹੜਾ ਕੋਇਲ ਸਪ੍ਰਿੰਗ ਦਾ ਆਪਰੇਸ਼ਨ ਹੈ ਉਹ ਨੋਇਸਲੈਸ ਹੈ। ਨੰਬਰ 3, ਇਟ ਡਸ ਨੋਟ ਹੈਵ ਐਨੀ ਸਟੈਟਿਕ ਫ੍ਰਿਕਸ਼ਨ। ਸਟੈਟਿਕ ਤੇ ਡਾਇਨਾਮਿਕ ਦੋ ਚੀਜ਼ਾਂ ਹੁੰਦੀਆਂ। ਇੱਕ ਸਟੈਟਿਕ मतलब ਜਦੋਂ ਕੋਈ ਚੀਜ਼ ਮੂਵ ਨਹੀਂ ਕਰਦੀ ਪਈ, ਡਾਇਨਾਮਿਕ मतलब ਜਦੋਂ ਕੋਈ ਚੀਜ਼ ਮੂਵ ਕਰਦੀ ਪਈ ਹੈ ਮੂਵਮੈਂਟ ਦੇ ਵਿੱਚ। ਕਹਿੰਦੇ ਸਟੈਟਿਕ ਫ੍ਰਿਕਸ਼ਨ ਜਿਹੜਾ ਹੈ ਉਹ ਕੋਇਲ ਸਪ੍ਰਿੰਗ ਦਾ ਨਹੀਂ ਹੈ। ਜੇ ਆਪਾਂ ਕੋਇਲ ਸਪ੍ਰਿੰਗ ਤੋਂ ਕੰਮ ਨਹੀਂ ਲੈਂਦੇ ਪਏ, ਕੋਇਲ ਸਪ੍ਰਿੰਗ ਇੱਕ ਜਗ੍ਹਾ ਤੇ ਆਪਣੀ ਜਗ੍ਹਾ ਤੇ ਖੜਾ ਹੈ ਤੇ ਉਦੋਂ ਕਿਸੇ ਤਰ੍ਹਾਂ ਦਾ ਫ੍ਰਿਕਸ਼ਨ ਉਹਦੇ ਵਿੱਚ ਨਹੀਂ ਹੋਣਾ, ਜਦਕਿ ਲੀਫ ਸਪ੍ਰਿੰਗ ਦੇ ਵਿੱਚ ਇਹ ਫ੍ਰਿਕਸ਼ਨ ਹੁੰਦਾ ਸੀਗਾ। ਕਿਉਂ ਹੁੰਦਾ ਸੀਗਾ? ਕਿਉਂਕਿ ਉਹਦੇ ਵਿੱਚ ਪਲੇਟਾਂ ਨੇ, ਇੱਕ ਪਲੇਟ ਦੇ ਉੱਪਰ ਦੂਜੀ ਪਲੇਟ, ਦੂਜੀ ਉੱਤੇ ਤੀਜੀ ਪਲੇਟ, ਤੀਜੀ ਉੱਤੇ ਚੌਥੀ ਪਲੇਟ। ਐਦਾਂ ਜਦੋਂ ਇੱਕ ਦੂਜੇ ਉੱਤੇ ਪਲੇਟਾਂ ਆਉਂਦੀਆਂ ਉਹਨਾਂ ਦੇ ਵਿਚਕਾਰ ਇੱਕ ਫ੍ਰਿਕਸ਼ਨ ਹੁੰਦਾ ਹੈ। ਇਸ ਕਰਕੇ ਲੀਫ ਸਪ੍ਰਿੰਗ ਦੇ ਵਿੱਚ ਸਟੈਟਿਕ ਫ੍ਰਿਕਸ਼ਨ ਹੁੰਦਾ ਹੈ, ਬਟ ਜਿਹੜਾ ਕੋਇਲ ਸਪ੍ਰਿੰਗ ਹੈ ਇਹਦੇ ਵਿੱਚ ਸਟੈਟਿਕ ਫ੍ਰਿਕਸ਼ਨ ਨਹੀਂ ਹੁੰਦਾ। ਚੌਥੇ ਪੁਆਇੰਟ ਦੀ ਆਪਾਂ ਜੇ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਕੀ ਕਹਿੰਦੇ ਨੇ, ਇਟ ਟੇਕਸ ਬੋਥ ਬੈਂਡਿੰਗ ਐਂਡ ਸ਼ੀਅਰ ਸਟ੍ਰੈਸ। ਜਿਹੜਾ ਕੋਇਲ ਸਪ੍ਰਿੰਗ ਹੈ ਉਹ ਬੈਂਡਿੰਗ ਸਟ੍ਰੈਸ ਵੀ ਲੈ ਜਾਂਦਾ ਹੈ ਤੇ ਸ਼ੀਅਰ ਸਟ੍ਰੈਸ ਵੀ ਲੈ ਜਾਂਦਾ ਹੈ, ਜਦਕਿ ਲੀਫ ਸਪ੍ਰਿੰਗ ਦੇ ਵਿੱਚ ਐਦਾਂ ਨਹੀਂ ਸੀਗਾ। ਤੁਸੀਂ ਬੈਂਡਿੰਗ ਸਟ੍ਰੈਸ, ਸ਼ੀਅਰ ਸਟ੍ਰੈਸ, ਟੋਰਸ਼ਨ ਸਟ੍ਰੈਸ ਸਭ ਕੁਝ ਫਾਰਮ ਚ ਪੜਿਆ ਹੋਏਗਾ ਵੀ ਬੈਂਡਿੰਗ ਲੋਡ ਅਸੀਂ ਕਿਹਨੂੰ ਕਹਿੰਦੇ ਆ, ਸ਼ੀਅਰ ਲੋਡ ਕਿਹਨੂੰ ਕਹਿੰਦੇ ਆ, ਜਾਂ ਟੋਰਸ਼ਨ ਟਾਰਕ ਕਿਹਨੂੰ ਕਹਿੰਦੇ ਆ। ਉਹ ਕੀ ਕਹਿੰਦੇ ਨੇ ਵੀ ਜਿਹੜਾ ਲੀਫ ਸਪ੍ਰਿੰਗ ਸੀਗਾ ਉਹ ਸਿਰਫ ਤੇ ਸਿਰਫ ਬੈਂਡਿੰਗ ਸਟ੍ਰੈਸਿਸ ਨੂੰ ਹੀ ਆਪਣੇ ਅੰਦਰ ਬੀਅਰ ਕਰਦਾ ਸੀਗਾ, ਬਟ ਜਿਹੜਾ ਕੋਇਲ ਸਪ੍ਰਿੰਗ ਹੈ ਉਹ ਬੈਂਡਿੰਗ ਸਟ੍ਰੈਸ ਵੀ ਬੀਅਰ ਕਰਦਾ ਹੈ ਤੇ ਉਹਦੇ ਬੈਂਡਿੰਗ ਸਟ੍ਰੈਸ ਦੇ ਨਾਲ ਨਾਲ ਸ਼ੀਅਰ ਸਟ੍ਰੈਸ ਵੀ ਬੀਅਰ ਕਰਦਾ ਹੈ। ਇਸ ਕਰਕੇ ਆਪਾਂ ਕੋਇਲ ਸਪ੍ਰਿੰਗ ਨੂੰ ਪ੍ਰੈਫਰੈਂਸ ਦਿੰਦੇ ਹਾਂ। ਕੋਇਲ ਸਪ੍ਰਿੰਗ ਦੇ 4 ਐਡਵਾਂਟੇਜ ਹੋ ਗਏ ਲੀਫ ਸਪ੍ਰਿੰਗ ਦੇ ਉੱਤੇ। ਕੀ ਇੱਕ ਤੇ એનર્ਜੀ ਜ਼ਿਆਦਾ ਸਟੋਰ ਕਰੇਗਾ ਕੋਇਲ ਸਪ੍ਰਿੰਗ, ਦੂਜਾ ਕੋਈ ਆਵਾਜ਼ ਨਹੀਂ ਪੈਦਾ ਕਰੇਗਾ, ਤੀਜਾ ਸਟੈਟਿਕ ਫ੍ਰਿਕਸ਼ਨ ਕੋਈ ਨਹੀਂ ਹੈਗਾ, ਚੌਥਾ ਦੋ ਤਰ੍ਹਾਂ ਦੀਆਂ ਸਟ੍ਰੈਸਿਸ ਯਾਨੀ ਕਿ ਬੈਂਡਿੰਗ ਤੇ ਸ਼ੀਅਰ ਦੋਨਾਂ ਨੂੰ ਆਪਣੇ ਅੰਦਰ ਬੀਅਰ ਕਰ ਸਕਦਾ ਹੈ ਕੋਇਲ ਸਪ੍ਰਿੰਗ। ਸੋ ਇਹ ਸੀਗਾ ਕੋਇਲ ਸਪ੍ਰਿੰਗ। ਕੋਇਲ ਸਪ੍ਰਿੰਗ ਬਾਰੇ ਪੜਿਆ ਸੀਗਾ ਆਪਾਂ ਇਸ ਟੌਪਿਕ ਤੇ। ਹੁਣ ਆਪਾਂ ਅਗਲੇ ਟੌਪਿਕ 'ਚ ਗੱਲ ਕਰਦੇ ਹਾਂ ਟੋਰਸ਼ਨ ਬਾਰ। ਟੋਰਸ਼ਨ ਬਾਰ ਕੀ ਚੀਜ਼ ਹੈ? ਟੋਰਸ਼ਨ ਬਾਰ ਵੀ ਇੱਕ ਤਰ੍ਹਾਂ ਦਾ ਸਸਪੈਂਸ਼ਨ ਸਿਸਟਮ ਹੈ ਜਾਂ ਸਸਪੈਂਸ਼ਨ ਸਪ੍ਰਿੰਗ ਹੈ ਜਿਹੜਾ ਅਸੀਂ ਆਮ ਕਰਕੇ ਕਾਰਾਂ 'ਚ ਯੂਜ਼ ਕਰਦੇ ਹਾਂ। ਹੁਣ ਟੋਰਸ਼ਨ ਬਾਰ ਕੰਮ ਕਿੱਦਾਂ ਕਰਦੀ ਹੈ, ਟੋਰਸ਼ਨ ਬਾਰ ਹੈ ਕੀ, ਉਹਦੇ ਬਾਰੇ ਗੱਲ ਕਰਦੇ ਹਾਂ। ਟੋਰਸ਼ਨ ਬਾਰ ਇਜ਼ ਏ ਸਪ੍ਰਿੰਗ ਸਟੀਲ ਰੋਡ। ਲੀਫ ਸਪ੍ਰਿੰਗ ਵੀ ਸਪ੍ਰਿੰਗ ਸਟੀਲ ਤੋਂ ਬਣਿਆ ਸੀਗਾ, ਕੋਇਲ ਸਪ੍ਰਿੰਗ ਵੀ ਸਪ੍ਰਿੰਗ ਸਟੀਲ ਤੋਂ ਬਣਿਆ ਸੀਗਾ, ਟੋਰਸ਼ਨ ਬਾਰ ਵੀ ਸਪ੍ਰਿੰਗ ਸਟੀਲ ਤੋਂ ਬਣੀ। ਟੋਰਸ਼ਨ ਬਾਰ ਕੀ ਹੈ? ਇਹ ਜਿਹੜੀ ਰੋਡ ਲੱਗੀ ਨਾ ਲੰਬੀ ਜੀ ਵਿੱਚ, ਇਹਨੂੰ ਅਸੀਂ ਕਹਿੰਦੇ ਹਾਂ ਟੋਰਸ਼ਨ। ਇਹ ਲੰਬੀ ਜੀ ਰੋਡ। ਹੁਣ ਇਹ ਟੋਰਸ਼ਨ ਬਾਰ ਕੀ ਕਰਦੀ ਹੈ? ਟੋਰਸ਼ਨ ਬਾਰ ਇੱਕ ਰੋਡ ਹੈ ਜਿਹੜੀ ਸਪ੍ਰਿੰਗ ਸਟੀਲ ਤੋਂ ਬਣੀ ਹੈ, ਵਿਚ ਟਵਿਸਟ ਟੇਕਿੰਗ ਸ਼ੀਅਰ ਸਟ੍ਰੈਸ। ਮਤਲਬ ਕੀ ਹੈ? ਜਦੋਂ ਵੀ ਆਪਾਂ ਇੱਕ ਰੋਡ ਲੈ ਲਈ, ਉਸ ਰੋਡ ਨੂੰ ਗੱਡੀ 'ਚ ਫਿੱਟ ਕਰਤਾ, ਉਸ ਰੋਡ ਦਾ ਇੱਕ ਐਂਡ ਕੀ ਕੀਤਾ ਆਪਾਂ ਫਿਕਸ ਕਰਤਾ ਤੇ ਦੂਜਾ ਐਂਡ ਕੀ ਕੀਤਾ ਫ੍ਰੀ ਕਰਤਾ। ਟੋਰਸ਼ਨ ਬਾਰ ਦੇ ਵਿੱਚ ਕੀ ਹੋਏਗਾ? ਟੋਰਸ਼ਨ ਬਾਰ ਦਾ ਇੱਕ ਸਿਰਾ ਜਿਹੜਾ ਹੈ ਉਹਨੂੰ ਇੱਕ ਜਗ੍ਹਾ ਤੇ ਫਿਕਸ ਕਰਤਾ ਜਾਏਗਾ ਤੇ ਦੂਜੇ ਸਿਰੇ ਨੂੰ ਇਹ ਦੇਖੋ, ਇਹ ਸਿਰੇ ਨੂੰ ਇੱਕ ਜਗ੍ਹਾ ਤੇ ਫਿਕਸ ਕਰਤਾ ਤੇ ਦੂਜੇ ਸਿਰੇ ਨੂੰ ਅਸੀਂ ਕੀ ਕੀਤਾ? ਦੂਜੇ ਸਿਰੇ ਨੂੰ ਆਪਾਂ ਜੋੜਤਾ ਸਸਪੈਂਸ਼ਨ ਸਿਸਟਮ ਦੇ ਨਾਲ। ਸਸਪੈਂਸ਼ਨ ਸਿਸਟਮ ਦਾ ਜਿਹੜਾ ਪਾਰਟ ਸੀਗੇ ਉਸ ਦੇ ਲੋਅਰ ਐਂਡ ਦੇ ਨਾਲ ਆਪਾਂ ਟੋਰਸ਼ਨ ਬਾਰ ਨੂੰ ਜੋੜਤਾ। ਠੀਕ ਹੈ, ਟੋਰਸ਼ਨ ਬਾਰ ਇੱਕ ਸਪ੍ਰਿੰਗ ਸਟੀਲ ਦੀ ਰੋਡ ਹੈ ਜਿਹਦਾ ਕੰਮ ਕੀ ਹੈ? ਜਿਹਨੇ ਸ਼ੀਅਰ ਸਟ੍ਰੈਸ ਨੂੰ ਆਪਣੇ ਅੰਦਰ ਬੀਅਰ ਕਰਨਾ ਹੈ। ਉਹ ਜਿਹੜੀ ਸ਼ੀਅਰ ਸਟ੍ਰੈਸ ਨੂੰ ਬੀਅਰ ਕਰੇਗੀ, ਉਹ ਸ਼ੀਅਰ ਸਟ੍ਰੈਸ ਨੂੰ ਆਪਣੇ ਅੰਦਰ ਬੀਅਰ ਕਰਕੇ ਝਟਕਾ ਲੱਗਣ ਤੋਂ ਬਚਾਏਗੀ ਵਹੀਕਲ ਨੂੰ। ਠੀਕ ਹੈ, तो टॉर्शन बार की हो गया? एक स्प्रिंग स्टील की रोड है जिनने शीयर स्ट्रेस लैनी है ट्विस्ट करके शीयर स्ट्रेस लैनी है। ट्विस्ट तुसी पढ़िया होएगा भी जदों असी किसी एक चीज़ नूं फिक्स कर दिंदे आ ते दूजे साइड तो उहनूं फोर्स लगाने आ ते वो चीज़ घूमन की कोशिश करती है एक साइड तो, पर दूजा साइड उहदा जिहड़ा फिक्स है ਉਹਨੂੰ ਘੁੰਮਣ ਨਹੀਂ ਦਿੰਦਾ। ਇਸ ਕਰਕੇ ਉਹਦੇ 'ਚ ਜਿਹੜੀ ਡਿਫਲੈਕਸ਼ਨ ਆ ਜਾਂਦੀ ਉਹਨੂੰ ਅਸੀਂ ਟਵਿਸਟ ਕਹਿੰਦੇ ਆ। तो टॉर्शन बार ਜਿਹੜੀ ਹੈ ਇਹ ਵੀ ट्विस्टिंग प्रिंसिपल ਤੇ ਕੰਮ ਕਰਦੀ ਹੈ।
ਟੋਰਸ਼ਨ ਬਾਰ ਦਾ ਇੱਕ ਸਿਰਾ ਜਿਹੜਾ ਹੈ ਉਹ ਫਿਕਸ ਹੋਏਗਾ, ਦੂਜਾ ਸਿਰਾ ਜਿਹੜਾ ਉਹ ਫ੍ਰੀ ਹੋਏਗਾ। ਇਟ ਇਜ਼ ਜਨਰਲੀ ਯੂਜ਼ਡ ਇਨ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ। ਜਿਹੜੀ ਟੋਰਸ਼ਨ ਬਾਰ ਹੈ ਉਹ ਵੀ ਕੋਇਲ ਸਪ੍ਰਿੰਗ ਦੇ ਵਾਂਗ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਦੇ ਵਿੱਚ ਹੀ ਯੂਜ਼ ਕੀਤੀ ਜਾਏਗੀ। ਮਤਲਬ ਟੋਰਸ਼ਨ ਬਾਰ ਨੂੰ ਅਸੀਂ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਦੇ ਵਿੱਚ ਯੂਜ਼ ਕਰਦੇ ਹਾਂ। One end of torsion bar is fixed with the frame so that its end cannot rotate. Torsion bar independent suspension system एक गल माइंड च रखियो, independent suspension system ज़्यादातर कार दे अगे वाले व्हीकल्स पे यूज होता है। ਜਿਹੜੇ ਕਾਰ ਦੇ ਅੱਗੇ ਵਾਲੇ ਵੀਲ ਨੇ, ਸੌਰੀ ਵਹੀਕਲ ਨਹੀਂ ਵੀਲ, ਜਿਹੜੇ ਕਾਰ ਦੇ ਅੱਗੇ ਵਾਲੇ ਵੀਲ ਨੇ ਉਹਨਾਂ ਤੇ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਹੋਏਗਾ। ਠੀਕ ਹੈ, ਟੋਰਸ਼ਨ ਬਾਰ ਜਿਹੜੀ ਹੈ ਉਹ ਅਸੀਂ ਉੱਥੇ ਯੂਜ਼ ਕਰਦੇ ਹਾਂ ਜਿੱਥੇ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਲੱਗਾ ਹੋਵੇ। ਇਹਦੇ ਵਿੱਚ ਕੀ ਹੁੰਦਾ ਹੈ, ਇੱਕ ਐਂਡ ਨੂੰ ਟੋਰਸ਼ਨ, ਇੱਕ ਰੋਡ ਹੈ, ਉਸ ਰੋਡ ਨੂੰ ਕੀ ਕੀਤਾ, ਉਸ ਰੂਟ ਦੇ ਇੱਕ ਐਂਡ ਨੂੰ ਅਸੀਂ ਫਿਕਸ ਕਰਤਾ। ਫਿਕਸ ਕਿਹਨਾਂ ਕੀਤਾ, ਫਰੇਮ ਦੇ ਨਾਲ। ਜਿਹੜਾ ਫਰੇਮ ਦਾ ਸਾਈਡ ਮੈਂਬਰ ਸੀਗਾ ਉਹਦੇ ਨਾਲ ਅਸੀਂ ਫਿਕਸ ਕਰਤਾ ਟੋਰਸ਼ਨ ਬਾਰ ਦੇ ਇੱਕ ਐਂਡ ਨੂੰ। ਉਹਨੂੰ ਫਿਕਸ ਕਿਉਂ ਕੀਤਾ, ਤਾਂ ਜੋ ਰੋਟੇਟ ਨਾ ਕਰ ਸਕੇ, ਘੁੰਮ ਨਾ ਸਕੇ। ਠੀਕ ਹੈ ਜੀ, ਇੱਕ ਐਂਡ ਫਿਕਸ ਹੋ ਗਿਆ। ਹੁਣ ਦੂਜੇ ਐਂਡ ਦੀ ਗੱਲ ਕਰਦੇ ਹਾਂ। The other end is fixed to the wheel arm and also rest in a bearing। ਤੇ ਦੂਜਾ ਆਪਾਂ ਐਂਡ ਜਿਹੜਾ ਸੀਗਾ ਉਹ ਵੀਲ ਆਰਮ ਦੇ ਨਾਲ ਜੋੜਤਾ, ਵੀਲ ਐਕਸਲ ਦੇ ਨਾਲ ਜੋੜਤਾ। ਉੱਥੇ ਬੈਰਿੰਗ ਸੀਗਾ, ਉਸ ਬੈਰਿੰਗ ਦੇ ਵਿੱਚ ਉਹਨੂੰ ਫ੍ਰੀਲੀ ਰੱਖਤਾ। ਮਤਲਬ ਕੀ ਹੈ, ਟੋਰਸ਼ਨ ਬਾਰ ਦਾ ਜਿਹੜਾ ਇੱਕ ਸਿਰਾ ਹੈ ਉਹ ਰੋਟੇਟ, ਉਹ ਫਿਕਸ ਹੈ। ਦੂਜਾ ਜਿਹੜਾ ਸਿਰਾ ਹੈ ਉਹ ਮੂਵ ਕਰ ਸਕਦਾ ਹੈ, ਰੋਟੇਟ ਕਰ ਸਕਦਾ ਹੈ, ਜਿੱਦਾਂ ਮਰਜ਼ੀ ਉਹ ਮੂਵ ਕਰ ਸਕਦਾ ਹੈ। ਦੀ ਅਦਰ ਐਂਡ ਆਫ ਦੀ ਵੀਲ ਆਰਮ ਇਜ਼ ਫਿਕਸਡ ਟੂ ਦੀ ਵੀਲ ਐਕਸਲ। ਜਿਹੜਾ ਵੀਲ ਦਾ ਐਕਸਲ ਹੈ ਉਹਦੇ ਨਾਲ ਅਸੀਂ ਦੂਜੇ ਸਿਰੇ ਨੂੰ ਫਿਕਸ ਕਰਤਾ। ਟੋਰਸ਼ਨ ਬਾਰ ਇੱਕ ਸਾਈਡ ਤੋਂ ਫਰੇਮ ਦੇ ਵਿੱਚ ਫਸੀ ਹੋਈ ਹੈ, ਦੂਜੇ ਸਾਈਡ ਤੋਂ ਵੀਲ ਐਕਸਲ ਦੇ ਨਾਲ ਅਟੈਚ ਹੈ। ਕੋਈ ਵੀਲ ਐਕਸਲ ਦੇ ਨਾਲ ਨਹੀਂ ਅਟੈਚ, ਵੀਲ ਆਰਮ ਦੇ ਨਾਲ ਅਟੈਚ ਹੈ, ਜਿਹੜੀ ਵੀਲ ਐਕਸਲ ਨਾਲ ਫਰਦਰ ਅਟੈਚ ਹੈ। ਵੈਨ ਦੀ ਵੀਲ ਕਮਸ ਅਕਰੋਸ ਏ ਬੰਪ, ਜਦੋਂ ਵੀ ਵੀਲ ਕਿਸੇ ਬੰਪ ਦੇ ਵਿੱਚੋਂ ਪਾਸ ਕਰੇਗਾ, ਬੰਪ ਮਤਲਬ ਕਿਸੇ ਟੋਏ ਚੋਂ ਪਾਸ ਕਰੇਗਾ, ਕਿਸੇ ਖੱਡੇ ਚੋਂ ਪਾਸ ਕਰੇਗਾ, ਇਟ ਰਾਈਜ਼ਿਸ ਅਪ ਗਿਵਿੰਗ ਰਾਈਜ਼ ਟੂ ਦੀ ਵੀਲ ਆਰਮ। ਜਦੋਂ ਕਿਸੇ ਵੀਲ ਨੇ ਕਿਸੇ ਖੱਡੇ ਦੇ ਵਿੱਚੋਂ ਪਾਸ ਕਰਨਾ ਹੈ, ਉਦੋਂ ਕੀ ਹੋਣਾ ਹੈ, ਉਦੋਂ ਵੀਲ ਨੇ ਅਪ ਡਾਊਨ ਮੂਵ ਕਰਨਾ ਹੈ। ਜੇ ਕੋਈ ਇੱਕ ਮੰਨ ਲਓ ਸਪੀਡ ਬ੍ਰੇਕਰ ਹੀ ਆ ਗਿਆ, ਜਾਂ ਇੱਕ ਪੱਥਰ ਆ ਗਿਆ ਰੋਡ ਦੇ ਉੱਪਰ, ਉਸ ਪੱਥਰ ਦੇ ਉੱਪਰੋਂ ਜਦੋਂ ਆਪਣੀ ਕਾਰ ਲੰਘੇਗੀ, ਉਹਦਾ ਇੱਕ ਟਾਇਰ ਜਿਹੜਾ ਹੋਏਗਾ, ਜਿਹੜਾ ਪੱਥਰ ਨੂੰ ਪਾਸ ਕਰੇਗਾ, ਉੱਪਰ ਚੱਕਿਆ ਜਾਊਗਾ। ਜੇ ਉਹ ਉੱਪਰ ਚੱਕਿਆ ਜਾਊਗਾ, ਉਹਦੇ ਨਾਲ ਕੀ ਹੋਏਗਾ, ਜਿਹੜੀ ਵੀਲ ਆਰਮ ਸੀਗੀ, ਵੀਲ ਦੇ ਨਾਲ ਵੀਲ ਆਰਮ ਵੀ ਉੱਪਰ ਚੱਕੀ ਜਾਏਗੀ। This upward movement of wheel arm causes twisting in the torsion bar। ਹੁਣ ਆਪਾਂ ਇੱਕ ਸਿੰਪਲ ਜੀ ਗੱਲ ਕਰਦੇ ਹਾਂ। ਇਹ ਇੱਕ ਟੋਰਸ਼ਨ ਬਾਰ ਹੈ, ਇੱਕ ਬਾਰ ਹੈ, ਇੱਕ ਬਾਰ ਜਿਹੜੀ ਹੈ ਉਹ ਇੱਕ ਐਂਡ ਤੋਂ ਫਿਕਸ ਹੈ। ਇਹ ਅਸੀਂ ਫਿਕਸ ਐਂਡ ਮੰਨ ਲਿਆ, ਇਹ ਇੱਕ ਫਿਕਸ ਐਂਡ ਹੈ। ਇਹ ਜਿਹੜਾ ਐਂਡ ਹੈ ਇਹ ਫ੍ਰੀ ਹੈ। ਠੀਕ ਹੈ, ਮੇਰਾ ਜਿਹੜਾ ਰਾਈਟ ਹੈਂਡ ਹੈ ਇਹਨੂੰ ਅਸੀਂ ਮੰਨ ਲੈਂਦੇ ਹਾਂ ਇਹ ਇੱਕ ਵੀਲ ਹੈ। ਇਹ ਵੀਲ ਰੋਡ ਤੇ ਇੱਕ ਗੱਡੀ ਜਾਂਦੀ ਪਈ ਸੀਗੀ, ਇੱਕਦਮ ਵੀਲ ਨੂੰ ਝਟਕਾ ਲੱਗਾ। ਜਦੋਂ ਵੀਲ ਨੂੰ ਝਟਕਾ ਲੱਗਾ, ਵੀਲ ਉੱਤੇ ਨੂੰ ਮੂਵ ਕੀਤਾ। ਵੀਲ ਜਦੋਂ ਉੱਤੇ ਨੂੰ ਮੂਵ ਕੀਤਾ, ਉਹਦੇ ਨਾਲ ਵੀਲ ਆਰਮ ਵੀ ਉੱਤੇ ਨੂੰ ਮੂਵ ਕੀਤੀ। ਜਦੋਂ ਵੀਲ ਆਰਮ ਉੱਤੇ ਨੂੰ ਮੂਵ ਕੀਤੀ, ਵੀਲ ਆਰਮ ਦੇ ਨਾਲ ਕਿਹੜਾ ਅਟੈਚ ਹੈ, ਜਿਹੜਾ ਟੋਰਸ਼ਨ ਬਾਰ ਦਾ ਫ੍ਰੀ ਐਂਡ ਸੀਗਾ ਉਹ ਵੀਲ ਆਰਮ ਦੇ ਨਾਲ ਅਟੈਚ ਸੀਗਾ। ਇਹਨੇ ਵੀ ਉਹਨੂੰ ਉੱਤੇ ਭੇਜਣ ਦੀ ਕੋਸ਼ਿਸ਼ ਕੀਤੀ, ਬਟ ਇਹ ਉੱਪਰ ਜਾਣ ਦੀ ਬਜਾਏ ਘੁੰਮ ਗਈ ਆਪਣੀ ਜਗ੍ਹਾ ਤੇ, ਇਹ ਟਵਿਸਟ ਲੈ ਗਈ। ਠੀਕ ਹੈ, ਦਿਸ ਅਪਵਰਡ ਮੂਵਮੈਂਟ ਆਫ ਵੀਲ ਆਰਮ ਕੋਸਿਸ ਟਵਿਸਟਿੰਗ ਇਨ ਦੀ ਟੋਰਸ਼ਨ ਬਾਰ। ਜੇ ਇੱਕ ਚੀਜ਼ ਇੱਕ ਜਗ੍ਹਾ ਤੋਂ ਫਿਕਸ ਕਰ ਦਿੱਤੀ, ਇਸ ਚੀਜ਼ ਨੂੰ ਆਪਾਂ ਇੱਕ ਜਗ੍ਹਾ ਤੋਂ ਫਿਕਸ ਕਰਤਾ, ਇਧਰੋਂ ਜੇ ਆਪਾਂ ਨੂੰ ਝਟਕਾ ਮਾਰਾਂਗੇ ਤੇ ਇਹ ਚੀਜ਼ ਉੱਪਰ ਨਹੀਂ ਜਾਏਗੀ, ਇਹਦੇ 'ਚ ਟਵਿਸਟ ਆਊਗਾ, ਇਹ ਚੀਜ਼ ਘੁੰਮਣ ਦੀ ਕੋਸ਼ਿਸ਼ ਕਰੇਗੀ। ਠੀਕ ਹੈ, ਇਹਦਾ ਇੱਕ ਐਂਡ ਫਿਕਸ ਹੈ। ਕੋਈ ਵੀ ਆਪਾਂ ਚੀਜ਼ ਜੇ ਲੈ ਲਈਏ, ਕੋਈ ਵੀ ਇੱਕ ਰੋਡ ਲੈ ਲਈਏ, ਜੇ ਆਪਾਂ ਉਹਦਾ ਇੱਕ ਐਂਡ ਫਿਕਸ ਕਰ ਦਈਏ ਤੇ ਦੂਜੇ ਐਂਡ ਤੇ ਆਪਾਂ ਫੋਰਸ ਲਗਾਉਣ ਦੀ ਕੋਸ਼ਿਸ਼ ਕਰੀਏ, ਉਹ ਚੀਜ਼ ਮੂਵ ਨਹੀਂ ਕਰਦੀ, ਉਹ ਚੀਜ਼ ਟਵਿਸਟ ਲੈਂਦੀ ਹੈ। ਠੀਕ ਹੈ, ਟਵਿਸਟਿੰਗ ਮੂਵਮੈਂਟ ਤੁਸੀਂ ਪੜਿਆ ਹੋਏਗਾ, ਟਾਰਕ ਇਕੁਏਸ਼ਨ ਤੁਸੀਂ ਪੜ੍ਹੀ ਹੋਏਗੀ, ਟਾਓ ਅਪੋਨ ਆਈ ਥੀਟਾ, ਟਾਓ ਅਪੋਨ ਆਰ ਟੀ ਆਈ ਥੀਟਾ ਅਪੋਨ ਐਲ। ਇਹ ਤੁਸੀਂ ਸੋਮ ਚ ਪੜਿਆ, ਅੱਗੇ ਤੁਸੀਂ ਹੁਣ ਐਲੀਮੈਂਟਸ ਆਫ ਡਿਜ਼ਾਈਨ ਚ ਵੀ ਪੜੋਗੇ। ਉਹਦੇ ਚ ਇਹੀ ਦੱਸਦੇ ਨੇ ਵੀ ਜੇ ਆਪਾਂ ਇੱਕ ਐਂਡ ਨੂੰ ਫਿਕਸ ਕਰ ਦੇਵਾਂਗੇ ਨਾ ਕਿਸੇ ਵੀ ਰੋਡ ਨੂੰ, ਤੇ ਦੂਜੇ ਐਂਡ ਤੇ ਫੋਰਸ ਲਗਾਵਾਂਗੇ, ਉਹ ਚੀਜ਼ ਜਿਹੜੀ ਹੈ ਟਵਿਸਟ ਕਰੇਗੀ, ਘੁੰਮੇਗੀ। ਏਦਾਂ ਹੀ ਜਿਹੜੀ ਅਪਵਰਡ ਮੂਵਮੈਂਟ ਸੀਗੀ ਵੀਲ ਆਰਮ ਦੀ, ਉਹਨੇ ਕੀ ਕੀਤਾ, ਟੋਰਸ਼ਨ ਬਾਰ ਨੂੰ ਟਵਿਸਟ ਕਰਾਇਆ, ਘੁਮਾਇਆ ਹਲਕਾ ਜਿਹਾ। Thus the energy is absorbed in the bar almost equal to that of the coil spring। ਇਸ ਕਰਕੇ ਝਟਕਾ ਲੱਗਣ ਦੇ ਨਾਲ ਜਿਹੜੀ એનર્ਜੀ ਸੀਗੀ ਉਹ ਸਾਰੀ ਦੀ ਸਾਰੀ એનર્ਜੀ ਟੋਰਸ਼ਨ ਬਾਰ ਨੇ ਕੀ ਕੀਤਾ, ਆਪਣੇ ਅੰਦਰ ਸਟੋਰ ਕਰ ਲਈ। ਤੇ ਟੋਰਸ਼ਨ ਬਾਰ ਕਿੰਨੀ એનર્ਜੀ ਆਪਣੇ ਅੰਦਰ ਸਟੋਰ ਕਰ ਸਕਦੀ ਹੈ, ਜਿੰਨਾ ਇੱਕ ਕੋਇਲ ਸਪ੍ਰਿੰਗ ਕਰ ਸਕਦਾ ਹੈ।
एक कोयल स्प्रिंग जिन्नी एनर्जी अपने अंदर स्टोर कर सकता है उन्नी एनर्जी एक टॉर्शन बार अपने अंदर स्टोर कर सकती है। ठीक है, एक गल तुहाडे माइंड च क्लीयर होनी चाहिए भी टॉर्शन बार की जिहड़ी एनर्जी स्टोर करने की कैपेसिटी है वो कोयल स्प्रिंग के बराबर है। यह नहीं भी मतलब टॉर्शन बार एक सिंपल जी रोड आप लाती तो काम करती पई है। टॉर्शन बार इक्वली काम करती पई है जिन्ना कोयल स्प्रिंग करता सीगा, क्योंकि बनी हुई स्प्रिंग स्टील तो है। एक रॉड है, एक एंड ਉਹਦਾ फ्रेम च फिक्स है, दूजा एंड ਉਹਦਾ फ्री है। फ्री नहीं कह सकते ਆਪਾਂ, दूजा एंड ਉਹਦਾ व्हील आर्म ਦੇ ਨਾਲ ਅਟੈਚ ਹੈ। ਹੁਣ ਜਦੋਂ व्हील ਨੂੰ ਝਟਕਾ लगता है व्हील आर्म ਉੱਤੇ नीचे मूव करती है। ਹੁਣ ਟॉर्शन बार ਉੱਪਰ नीचे ਤੇ मूव कर नहीं सकती, ਇਹ ਕੀ ਕਰਦੀ ਹੈ ट्विस्ट ਲੈ ਜਾਂਦੀ है, घूम ਜਾਂਦੀ है। इस करके ਆਪਾਂ ਨੂੰ यूज करते हैं। The advantage of using torsion bar is that it is lighter in weight and occupies less space than leaf spring। ਹੁਣ ਆਪਾਂ ਟੋਰਸ਼ਨ ਬਾਰ ਯੂਜ਼ ਕਿਉਂ ਕਰਦੇ ਆ, ਜਿਹੜੇ ਲੀਫ ਸਪਰਿੰਗ ਨੇ ਉਹ ਬਹੁਤ ਭਾਰੇ ਹੁੰਦੇ ਨੇ, ਕਮਾਨੀਆਂ ਤੁਸੀਂ ਦੇਖੀਆਂ ਹੋਣਗੀਆਂ ਕਾਫੀ ਭਾਰੀਆਂ ਹੁੰਦੀਆਂ, ਜਦਕਿ ਟੋਰਸ਼ਨ ਬਾਰ ਉਹਦੇ ਮੁਕਾਬਲੇ ਭਾਰੀ ਨਹੀਂ ਹੁੰਦੀ। ਕਮਾਨੀਆਂ ਭਾਰੀਆਂ ਕਿਉਂ ਹੁੰਦੀਆਂ, ਕਿਉਂਕਿ ਕਮਾਨੀਆਂ ਦੇ ਨੰਬਰ ਜ਼ਿਆਦਾ ਨੇ, ਇੱਕ ਲੱਗ ਗਈ ਉਹਦੇ ਨੀਚੇ ਇੱਕ ਹੋਰ ਲੱਗ ਗਈ ਫਿਰ ਇੱਕ ਹੋਰ ਲੱਗ ਗਈ, ਇਸ ਕਰਕੇ ਕਮਾਨੀਆਂ ਦਾ ਭਾਰ ਵੱਧ ਜਾਂਦਾ ਹੈ। ਟੋਰਸ਼ਨ ਬਾਰ ਜਿਹੜੀ ਹੈ ਇੱਕ ਸਿੰਪਲ ਰੋਡ ਹੈ, ਆਮ ਜਿੱਦਾਂ ਆਪਾਂ ਰੋਡ ਦੇਖਦੇ ਹਾਂ ਉਦਾਂ ਦੀ ਇੱਕ ਰੋਡ ਹੈ, ਇਸ ਕਰਕੇ ਇਹਦਾ ਜਿਹੜਾ weight ਹੈ ਉਹ ਘੱਟ ਹੈ ਲੀਫ ਸਪਰਿੰਗ ਨਾਲੋਂ, ਤੇ ਇਹਦੇ ਨਾਲ ਇਹ ਜਿਹੜੀ ਸਪੇਸ ਘੇਰਦੀ ਹੈ, ਜਗ੍ਹਾ ਜਿਹੜੀ ਘੇਰਦੀ ਹੈ ਉਹ ਵੀ ਘੱਟ ਘੇਰਦੀ ਹੈ ਲੀਫ ਸਪਰਿੰਗ ਨਾਲੋਂ। ਇਸ ਕਰਕੇ ਟੋਰਸ਼ਨ ਬਾਰ ਨੂੰ ਅਸੀਂ ਯੂਜ਼ ਕਰਦੇ ਹਾਂ। ਦੋ ਰੀਜ਼ਨ ਹੋ ਗਏ, ਇੱਕ ਤੇਰਾ weight ਘੱਟ ਹੈ, ਦੂਜੀ ਹੈ ਜਗ੍ਹਾ ਘੱਟ ਘੇਰਦੀ ਹੈ, ਇਸ ਕਰਕੇ ਟੋਰਸ਼ਨ ਬਾਰ ਨੂੰ ਯੂਜ਼ ਕੀਤਾ ਜਾਂਦਾ ਹੈ। ਸੋ ਟੋਰਸ਼ਨ ਬਾਰ ਕੁਝ ਵੀ ਨਹੀਂ ਹੈ, ਇੱਕ ਸਿੰਪਲ ਜੀ ਰੋਡ ਹੈ ਜਿਹਦਾ ਆਪਾਂ ਇੱਕ ਐਂਡ ਫਿਕਸ ਕਰਤਾ ਫਰੇਮ ਦੇ ਨਾਲ ਤੇ ਦੂਜਾ ਐਂਡ ਫਿਕਸ ਕਰਤਾ, ਆਪਾਂ ਫਿਕਸ ਨਹੀਂ ਕੀਤਾ, ਦੂਜਾ ਐਂਡ ਆਪਾਂ ਛੱਡਤਾ ਵੀਲ ਆਰਮ ਦੇ ਨਾਲ। ਜਦੋਂ ਵੀਲ ਆਰਮ ਦੇ ਨਾਲ ਛੱਡਤਾ, ਵੀਲ ਨੂੰ ਜੋ ਝਟਕਾ ਲੱਗਾ, ਵੀਲ ਨੂੰ ਝਟਕਾ ਲੱਗਣ ਦੇ ਨਾਲ ਵੀਲ ਆਰਮ ਵੀ ਹਿੱਲੀ, ਜਦੋਂ ਵੀਲ ਆਰਮ ਹਿੱਲੀ, ਵੀਲ ਆਰਮ ਦੇ ਹਿੱਲਣ ਦੇ ਨਾਲ ਸਾਡੀ ਟੋਰਸ਼ਨ ਬਾਰ ਵੀ ਹਿੱਲੀ। ਟੋਰਸ਼ਨ ਬਾਰ ਹੁਣ ਇੱਕ ਜਗ੍ਹਾ ਤੋਂ ਫਿਕਸ ਸੀਗੀ, ਇਸ ਕਰਕੇ ਉਹ ਹਿੱਲ ਨਹੀਂ ਸਕਦੀ ਸੀਗੀ, ਉਹ ਕੀ ਕੀਤਾ ਟਵਿਸਟ ਕਰਕੇ ਆਪਣੇ ਅੰਦਰ ਉਹਨੇ એનર્ਜੀ ਸਟੋਰ ਕਰ ਲਈ, ਜਦੋਂ ਝਟਕਾ ਵਾਪਸ ਆਇਆ ਉਹੀ એનર્ਜੀ ਉਹਨੇ ਵਾਪਸ ਦੇਤੀ। ਐਸੇ ਕਰਕੇ ਆਪਾਂ ਸਸਪੈਂਸ਼ਨ ਸਿਸਟਮ ਯੂਜ਼ ਕਰਦੇ ਹਾਂ ਵੀ ਜਦੋਂ ਕੋਈ ਝਟਕਾ ਲੱਗੇ ਉਹ ਸਾਰੀ એનર્ਜੀ ਆਪਣੇ ਅੰਦਰ ਸਟੋਰ ਕਰ ਲਵੇ ਤੇ ਵਾਪਸ ਜਦੋਂ ਆਵੇ ਉਹ એનર્ਜੀ ਸਾਰੀ ਰਿਟਰਨ ਕਰ ਦੇਵੇ। सेम ऐसे प्रिंसिपल पे टॉर्शन बार ने काम किया। However, it does not take driving and braking thrust and need additional arrangement for this purpose. Also, a separate damping device is also needed। ਕਹਿੰਦੇ ਇਸ ਤੋਂ ਇਲਾਵਾ ਜਿਹੜੀ ਡਰਾਈਵਿੰਗ ਤੇ ਬ੍ਰੇਕਿੰਗ ਥਰਸਟ ਨੇ ਉਹ ਨਹੀਂ ਟੋਰਸ਼ਨ ਬਾਰ ਬੀਅਰ ਕਰ ਸਕਦੀ। ਬ੍ਰੇਕਿੰਗ ਤੇ ਡਰਾਈਵਿੰਗ ਮਤਲਬ ਆਪਾਂ ਵਿੰਡ ਅਪ ਪੜਿਆ ਸੀਗਾ, ਤੇ ਵਿੰਡ ਅਪ ਸੀਗਾ ਇੱਕ ਬ੍ਰੇਕ ਡਿਪ ਸੀਗਾ। ਬ੍ਰੇਕ ਡਿਪ ਤੇ ਵਿੰਡ ਅਪ ਚ ਅਸੀਂ ਇਹੀ ਪੜਿਆ ਸੀਗਾ ਵੀ ਜਦੋਂ ਆਪਾਂ ਬ੍ਰੇਕ ਮਾਰਦੇ ਆ ਉਦੋਂ ਸਾਰਾ ਭਾਰ ਸਸਪੈਂਸ਼ਨ ਅਗਲੇ ਤੇ ਆ ਜਾਂਦਾ ਹੈ, ਜਦੋਂ ਆਪਾਂ ਇੱਕਦਮ ਸਪੀਡ ਚੱਕਦੇ ਆ ਗੱਡੀ ਦੀ ਉਦੋਂ ਸਾਰਾ ਪਿੱਛੇ ਵਾਲੇ ਸਸਪੈਂਸ਼ਨ ਤੇ ਆ ਜਾਂਦਾ ਹੈ। ਇਹ ਜਿਹੜੀ ਟੋਰਸ਼ਨ ਬਾਰ ਹੈ, ਟੋਰਸ਼ਨ ਬਾਰ ਨੇ ਉਹਨਾਂ ਦੋ ਫੋਰਸਿਸ ਨੂੰ ਬੀਅਰ ਨਹੀਂ ਕਰਨਾ, ਜਿਹੜੀ ਡਰਾਈਵਿੰਗ ਟਾਰਕ ਹੈ, ਡਰਾਈਵਿੰਗ ਥਰਸਟ ਹੈ ਤੇ ਜਿਹੜੀ ਬ੍ਰੇਕਿੰਗ ਥਰਸਟ ਹੈ। ਮਤਲਬ ਇੱਕਦਮ ਜਦੋਂ ਆਪਾਂ ਗੱਡੀ ਨੂੰ ਡਰਾਈਵ ਕਰਨਾ ਹੈ ਉਦੋਂ ਜਿਹੜੀ ਫੋਰਸ ਪੈਦਾ ਹੋਣੀ ਹੈ, ਜਾਂ ਜਦੋਂ ਬ੍ਰੇਕ ਮਾਰਨੀ ਹੈ ਉਦੋਂ ਜਿਹੜੀ ਫੋਰਸ ਪੈਦਾ ਹੋਣੀ ਹੈ, ਉਹਨੂੰ ਉਸ ਥਰਸਟ ਨੂੰ ਬੀਅਰ ਨਹੀਂ ਕਰਨਾ ਟੋਰਸ਼ਨ ਬਾਰ ਨੇ। ਉਹਦੇ ਵਾਸਤੇ ਸਾਨੂੰ ਇੱਕ ਅਲੱਗ ਚੀਜ਼ ਲਗਾਣੀ ਪਊਗੀ ਜੇ ਆਪਾਂ ਟੋਰਸ਼ਨ ਬਾਰ ਲਗਾਣੇ ਪਏ ਆ। ਆਲਸੋ ਇਹ ਸੈਪਰੇਟ ਡੈਂਪਿੰਗ ਡਿਵਾਈਸ ਇਜ਼ ਆਲਸੋ ਨੀਡਡ। ਜੇ ਆਪਾਂ ਡੈਂਪਰ ਚਾਹੁੰਦੇ ਆ, ਮਤਲਬ ਡੈਂਪਰ ਕੀ ਹੁੰਦਾ, ਸ਼ੌਕ ਐਬਜ਼ੋਰਬਰ, ਅੱਗੇ ਆਪਾਂ ਸ਼ੌਕ ਐਬਜ਼ੋਰਬਰ ਵੀ ਪੜਾਂਗੇ। ਡੈਂਪਰ ਵੀ ਸਾਨੂੰ ਅਲੱਗ ਤੋਂ ਲਗਾਉਣਾ ਪਏਗਾ, ਮਤਲਬ ਟੋਰਸ਼ਨ ਬਾਰ ਜਿਹੜੀ ਹੈ ਇਹ ਵੱਡੇ ਝਟਕੇ ਬੀਅਰ ਕਰੇਗੀ। ਜੇ ਆਪਾਂ ਚਾਹੁੰਦੇ ਆ ਜਿਹੜੇ ਛੋਟੇ ਮੋਟੇ ਝਟਕੇ ਨੇ ਉਹ ਵੀ ਬੀਅਰ ਹੋਣ, ਉਹਦੇ ਵਾਸਤੇ ਸਾਨੂੰ ਇੱਕ ਅਲੱਗ ਡੈਂਪਰ ਲਗਾਉਣਾ ਪਏਗਾ, ਡੈਂਪਿੰਗ ਡਿਵਾਈਸ ਲਗਾਉਣਾ ਪਏਗਾ। ਡੈਂਪਿੰਗ ਡਿਵਾਈਸ ਦਾ ਮਤਲਬ ਸ਼ੌਕ ਐਬਜ਼ੋਰਬਰ ਹੀ ਹੁੰਦਾ। ਇਹਦਾ ਮਤਲਬ ਟੋਰਸ਼ਨ ਬਾਰ ਨੇ ਕੋਈ ਛੋਟਾ ਮੋਟਾ ਝਟਕਾ ਜਿਹੜਾ ਉਹ ਬੀਅਰ ਨਹੀਂ ਕਰਦਾ। ਨੈਕਸਟ ਆਪਾਂ ਗੱਲ ਕਰਦੇ ਹਾਂ 에ਅਰ ਸਪਰਿੰਗ ਦੀ। 에ਅਰ ਸਪਰਿੰਗ ਕੀ ਚੀਜ਼ ਹੈ, ਇਹ ਤੁਹਾਡੇ ਵਾਸਤੇ ਇੱਕ ਨਵੀਂ ਚੀਜ਼ ਹੋਏਗੀ। 에ਅਰ ਸਪਰਿੰਗ, 에ਅਰ ਸਪਰਿੰਗ ਕੀ ਹੈ, ਕੁਝ ਵੀ ਨਹੀਂ। 에ਅਰ ਸਪਰਿੰਗ ਇੱਕ ਰਬੜ ਦਾ ਬੈਗ ਹੈ ਜਿਹਦੇ ਅੰਦਰ ਕੰਪਰੈਸਡ 에ਅਰ ਆਪਾਂ ਭਰੀ ਹੋਈ ਹੈ ਤੇ ਉਹਨੂੰ ਅਸੀਂ ਐਜ਼ ਏ ਸਸਪੈਂਸ਼ਨ ਸਿਸਟਮ ਯੂਜ਼ ਕਰਦੇ। ਜਿੱਦਾਂ ਆਪਾਂ ਜਦੋਂ ਆਪਾਂ ਸਵਿਮਿੰਗ ਪੂਲ ਚ ਨਹਾਉਂਦੇ ਆ, ਇੱਕ ਆਪਾਂ ਰਬੜ ਦੀ ਟਿਊਬ ਲੈ ਦਿੰਦੇ ਆ, ਉਹ ਸਾਨੂੰ ਡੁੱਬਣ ਨਹੀਂ ਦਿੰਦੀ। ਸੇਮ ਉਦਾਂ ਹੀ ਆਪਾਂ ਇੱਕ ਏਦਾਂ ਦਾ ਰਬੜ ਦਾ ਬੈਗ ਲੈ ਲਿਆ, ਇਹ ਰਬੜ ਥੋੜੀ ਵਧੀਆ ਕੁਆਲਿਟੀ ਦੀ ਸੀਗੀ, ਇਹਦੇ ਅੰਦਰ ਆਪਾਂ ਕੰਪਰੈਸਡ 에ਅਰ ਫਿਲ ਕਰਤੀ ਤੇ ਇਹਨੂੰ ਅਸੀਂ ਐਜ਼ ਏ ਸਪਰਿੰਗ ਯੂਜ਼ ਕੀਤਾ। ਇਹ ਜਿਹੜਾ ਸਸਪੈਂਸ਼ਨ ਸਿਸਟਮ ਹੈ ਇਹਨੂੰ ਅਸੀਂ 에ਅਰ ਸਪਰਿੰਗ ਕਹਿੰਦੇ ਹਾਂ। ਦੀ 에ਅਰ ਸਪਰਿੰਗ ਕੰਸਿਸਟ ਆਫ ਏ ਰਬੜ ਬੈਗ। 에ਅਰ ਸਪਰਿੰਗ ਕੀ ਹੈ, ਇੱਕ ਰਬੜ ਦਾ ਬੈਗ ਹੈ। 에ਅਰ ਸਪਰਿੰਗ ਦੇ ਵਿੱਚ ਕੀ ਹੈ, ਇੱਕ ਰਬੜ ਦਾ ਬੈਗ ਹੈ filled with compressed air, ਜਿਹਦੇ ਅੰਦਰ ਅਸੀਂ compressed air ਭਰੀਏ। There is a valve on the bag which is connected to the air compressor। ਇਹਦੇ ਵਿੱਚ ਇੱਕ ਵਾਲਵ ਹੈ
ਉਹ ਵੋਲਵ ਜਿਹੜਾ ਉਹ 에ਅਰ ਕੰਪਰੈਸਰ ਦੇ ਨਾਲ ਜੁੜਿਆ ਹੋਇਆ ਹੈ। ਮਤਲਬ 에ਅਰ ਸਪਰਿੰਗ ਅਸੀਂ ਉਹਨਾਂ ਗੱਡੀਆਂ 'ਚ ਯੂਜ਼ ਕਰਾਂਗੇ ਜਿਨ੍ਹਾਂ ਗੱਡੀਆਂ 'ਚ 에ਅਰ ਕੰਪਰੈਸਰ ਇਨਬਿਲਟ ਆਉਂਦਾ ਜਾਂ 에ਅਰ ਕੰਪਰੈਸਰ ਆਪਾਂ ਲਗਾਇਆ ਹੋਇਆ ਹੈ। ਠੀਕ ਹੈ, 에ਅਰ ਕੰਪਰੈਸਰ ਵਾਲੀ ਗੱਡੀਆਂ ਦੇ ਵਿੱਚ ਹੀ ਆਪਾਂ 에ਅਰ ਸਪਰਿੰਗ ਯੂਜ਼ ਕਰ ਸਕਦੇ ਹਾਂ, ਕਿਉਂਕਿ ਇਹਨੂੰ ਚੱਲਣ ਦੇ ਲਈ ਹਮੇਸ਼ਾ ਕੰਪਰੈਸਡ 에ਅਰ ਦੀ ਲੋੜ ਪੈਂਦੀ ਹੈ। ਕੰਪਰੈਸਡ 에ਅਰ ਹੀ ਹੈ ਜਿਹੜੇ ਸਪਰਿੰਗ ਦਾ ਕੰਮ ਕਰਦੀ ਹੈ। ਇਸ ਕਰਕੇ 에ਅਰ ਸਪਰਿੰਗ ਕੀ ਹੈ, ਇੱਕ ਰਬੜ ਦਾ ਬੈਗ ਹੈ ਜਿਹਦੇ ਅੰਦਰ ਅਸੀਂ ਕੰਪਰੈਸਡ 에ਅਰ ਨੂੰ ਫਿਲ ਕਰਦੇ ਹਾਂ। ਉਹਦੇ ਉੱਤੇ ਇੱਕ ਵੋਲਵ ਹੋਏਗਾ, ਉਹ ਜਿਹੜਾ ਵੋਲਵ ਹੋਏਗਾ ਉਹ ਵੋਲਵ ਅੱਗੇ ਜੁੜਿਆ ਹੋਏਗਾ ਕੰਪਰੈਸਰ ਦੇ ਨਾਲ, ਤੇ ਕੰਪਰੈਸਰ ਕੀ ਕਰੇਗਾ, ਉਹਨੂੰ ਹਮੇਸ਼ਾ ਸਪਲਾਈ ਜਿਹੜੀ ਹੈ ਕੰਪਰੈਸਡ 에ਅਰ ਦੀ ਉਹ ਭੇਜਦਾ ਰਹੇਗਾ। ਦੀ ਕੰਪਰੈਸਰ ਕੀਪਸ ਦੀ 에ਅਰ ਬੈਗ ਇਨਫਲੇਟਡ। ਉਹੀ ਗੱਲ ਕਹੀ ਇਹਨਾਂ ਨੇ ਕਿ ਜਿਹੜਾ ਕੰਪਰੈਸਰ ਹੈ ਉਹ 에ਅਰ ਬੈਗ ਨੂੰ ਹਮੇਸ਼ਾ ਫੁਲਾ ਕੇ ਰੱਖੇਗਾ, ਇਨਫਲੇਟ ਕਰਕੇ ਰੱਖੇਗਾ। ਦੀ ਬੈਗ ਇਜ਼ ਪਲੇਸਡ ਬਿਟਵੀਨ ਦੀ ਫਰੇਮ ਐਂਡ ਐਕਸਲ। ਜਿਹੜਾ ਸੌਰੀ ਜਿਹੜਾ ਗੱਡੀ ਦਾ ਫਰੇਮ ਹੈ ਤੇ ਜਿਹੜਾ ਗੱਡੀ ਦਾ ਐਕਸਲ ਹੈ, ਉੱਪਰ ਫਰੇਮ ਹੁੰਦਾ ਹੈ, ਇਹ ਫਰੇਮ ਹੈ, ਨੀਚੇ ਐਕਸਲ ਹੈ। ਫਰੇਮ ਤੇ ਐਕਸਲ ਦੇ ਵਿਚਕਾਰ ਅਸੀਂ 에ਅਰ ਬੈਗ ਨੂੰ ਰੱਖਾਂਗੇ। ਜੇ ਆਪਾਂ ਗੱਲ ਕਰਦੇ ਹਾਂ 에ਅਰ ਬੈਗ ਦੀ, ਤੇ ਉਹ ਹਮੇਸ਼ਾ ਫਰੇਮ ਦੇ ਵਿਚਕਾਰ ਤੇ ਐਕਸਲ ਦੇ ਵਿਚਕਾਰ ਆਏਗਾ। ਜੇ ਇਹ ਐਕਸਲ ਹੈ, ਇਹ ਜਿਹੜਾ ਬਲੂ ਕਲਰ ਦਾ ਆਪਾਂ ਫੋਨ ਰੱਖਿਆ ਇਹ 에ਅਰ ਬੈਗ ਹੈ, ਉੱਤੇ ਕੀ ਆ ਗਿਆ, ਫਰੇਮ ਆ ਗਿਆ। ਏਦਾਂ ਦੀ ਸ਼ੇਪ ਬਣੇਗੀ 에ਅਰ ਸਪਰਿੰਗ ਦੀ। 에ਅਰ ਸਪਰਿੰਗ ਹਮੇਸ਼ਾ ਨੀਚੇ ਐਕਸਲ ਉੱਪਰ ਫਰੇਮ, ਐਕਸਲ ਤੇ ਫਰੇਮ ਦੇ ਵਿਚਕਾਰ ਆਏਗਾ। ਇਟ ਸਪੋਰਟ ਦੀ weight of the frame। 에ਅਰ ਸਪਰਿੰਗ ਕੀ ਕਰੇਗਾ, ਜਿੰਨਾ ਵੀ ਫਰੇਮ ਦਾ weight ਹੈ ਉਹ ਸਾਰੇ ਦੇ ਸਾਰੇ ਨੂੰ ਸਪੋਰਟ ਕਰੇਗਾ। ਸਾਰਾ ਫਰੇਮ ਦਾ weight ਜਿਹੜਾ ਹੈ ਉਹ 에ਅਰ ਸਪਰਿੰਗ ਤੇ ਪਏਗਾ। 에ਅਰ ਸਪਰਿੰਗ ਸਾਰਾ weight ਬੀਅਰ ਕਰਕੇ ਅੱਗੇ ਐਕਸਲ ਨੂੰ ਟ੍ਰਾਂਸਫਰ ਕਰੇਗਾ। when the vehicle comes across a bump, the airbag is compressed and air plays the role of spring। ਜਦੋਂ ਵੀ ਵਹੀਕਲ ਕਿਸੇ ਪੰਪ ਦੇ ਵਿੱਚੋਂ ਕ੍ਰੋਸ ਕਰਦਾ ਹੈ, ਕਿਸੇ ਝਟਕੇ ਚੋਂ ਕ੍ਰੋਸ ਕਰਦਾ ਹੈ, ਕਿਸੇ ਪੱਥਰ ਚੋਂ ਪਾਸ ਕਰਦਾ ਹੈ ਜਾਂ ਕਿਸੇ ਟੋਏ ਚੋਂ ਪਾਸ ਕਰਦਾ ਹੈ, the airbag is compressed and air plays the role of spring। ਤੇ ਜਿਹੜਾ 에ਅਰ ਬੈਗ ਹੈ ਉਹ 에ਅਰ ਬੈਗ ਕੰਪਰੈਸ ਹੋ ਜਾਂਦਾ ਹੈ ਜਦੋਂ ਝਟਕਾ ਲੱਗਦਾ ਹੈ, ਤੇ ਅੰਦਰ ਜਿਹੜੀ ਕੰਪਰੈਸਡ 에ਅਰ ਹੈ ਉਹ ਇੱਕ ਤਰ੍ਹਾਂ ਸਪਰਿੰਗ ਦਾ ਕੰਮ ਕਰਦੀ ਹੈ। ਉਹਦਾ ਕੰਮ ਕੀ ਹੈ, ਉਹਨੇ ਸਪਰਿੰਗ ਦਾ ਕੰਮ ਕਰਨਾ ਹੈ ਤੇ ਝਟਕਾ ਨਹੀਂ ਲੱਗਣ ਦੇਣਾ। ਮਤਲਬ ਐਕਸਲ ਦੇ ਉੱਪਰ 에ਅਰ ਸਪਰਿੰਗ ਦੇ ਉੱਤੇ ਫਰੇਮ। ਜਦੋਂ ਵੀ ਕੋਈ ਝਟਕਾ ਲੱਗੇਗਾ 에ਅਰ ਬੈਗ ਦੇ ਅੰਦਰ ਜਿਹੜੀ 에ਅਰ ਹੈ ਉਹ ਕੰਪਰੈਸਡ ਹੋਏਗੀ। ਜਿਹੜੀ ਅੰਦਰ 에ਅਰ ਕੰਪਰੈਸਡ ਹੋਏਗੀ ਉਹ ਇੱਕ ਤਰ੍ਹਾਂ ਸਪਰਿੰਗ ਦਾ ਕੰਮ ਕਰੇਗੀ। ਸਪਰਿੰਗ ਦਾ ਕੰਮ ਕੀ ਹੁੰਦਾ, ਸਸਪੈਂਸ਼ਨ ਸਪਰਿੰਗ ਦਾ, ਵੀ ਝਟਕੇ ਨੂੰ ਫਟਾਫਟ ਆਪਣੇ ਅੰਦਰ ਬੀਅਰ ਕਰ ਲੈਣਾ ਤੇ ਵਾਪਸ ਆਪਣੀ ਪੋਜੀਸ਼ਨ ਤੇ ਲਿਆ ਕੇ ਥੋੜਾ ਟਾਈਮ ਲੈਣਾ। ਠੀਕ ਹੈ, ਇੱਕ ਵਾਰ 에ਅਰ ਨੇ ਕੀ ਕੀਤਾ, ਸਾਰਾ ਝਟਕਾ ਬੀਅਰ ਤੇ ਕਰ ਲਿਆ, ਬਟ ਉਹਨੂੰ ਵਾਪਸ ਲਿਆਉਣ ਦੇ ਵਿੱਚ ਉਹਨੇ ਪੂਰਾ ਟਾਈਮ ਲਾਇਆ, ਜਿੰਨਾ ਟਾਈਮ ਉਹਨੇ ਲੈਣਾ ਸੀਗਾ ਉਹਨਾਂ ਟਾਈਮ ਲਗਾਇਆ। ਸੋ ਜਿਹੜਾ 에ਅਰ ਸਪਰਿੰਗ ਹੈ ਉਹਦੇ ਚ 에ਅਰ ਜਿਹੜੀ ਹੈ ਕੰਪਰੈਸਡ 에ਅਰ ਹੈ, ਉਹਦਾ ਕੰਮ ਕੀ ਹੈ, ਉਹਨੇ ਸਪਰਿੰਗ ਦਾ ਕੰਮ ਕਰਨਾ ਹੈ। ਜੋ ਸਪਰਿੰਗ ਕੰਮ ਕਰਦਾ ਪਿਆ ਸੀਗਾ ਉਹ ਕੰਪਰੈਸਡ 에ਅਰ ਕਰ ਜਾਏਗੀ। As soon as bag starts to compress, the compressor supplies air to the airbag to maintain the air level through a leveling valve। ਜਿੱਦਾਂ ਹੀ ਬੈਗ ਜਿਹੜਾ ਹੈ ਉਹ ਕੰਪਰੈਸ ਹੋਣਾ ਸਟਾਰਟ ਹੋਏਗਾ, as soon as bag starts to compress, ਜਿਹੜਾ 에ਅਰ ਬੈਗ ਹੈ ਉਹ ਕੰਪਰੈਸ ਹੋਣਾ ਸਟਾਰਟ ਹੋਏਗਾ। the compressor supplies air to the airbag। ਕੰਪਰੈਸਰ ਕੀ ਕਰੇਗਾ, 에ਅਰ ਬੈਗ ਨੂੰ 에ਅਰ ਦੀ ਸਪਲਾਈ ਕਰੇਗਾ। ਕਿਉਂ, ਤਾਂ ਜੋ ਅੰਦਰ ਜਿਹੜਾ 에ਅਰ ਦਾ ਲੈਵਲ ਹੈ ਉਹ ਮੇਨਟੇਨ ਬਣਿਆ ਰਵੇ, ਉਹ ਬਣਿਆ ਖਤਮ ਨਾ ਹੋ ਜਾਏ। ਮਤਲਬ ਜਦੋਂ ਝਟਕਾ ਲੱਗਣਾ ਹੈ ਉਦੋਂ ਕੀ ਹੋਣਾ ਹੈ, 에ਅਰ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨੀ ਹੈ, ਬਟ ਉਸ 에ਅਰ ਨੂੰ ਬਾਹਰ ਨਿਕਲਣ ਦੇ ਨਾਲ ਹੀ ਕੰਪਰੈਸਰ ਨੇ ਕੀ ਕਰਨਾ, ਦੁਬਾਰਾ ਭਰਨਾ ਸਟਾਰਟ ਕਰ ਦੇਣਾ ਤਾਂ ਜੋ ਉਹ ਕੋਲੈਪਸ ਨਾ ਹੋ ਜਾਏ, ਪੂਰੀ ਤਰ੍ਹਾਂ ਡੀਫਲੇਟ ਨਾ ਹੋ ਜਾਏ। ਅਸੀਂ ਡੀਫਲੇਟ ਹੋਣ ਤੋਂ ਬਚਾਉਣਾ ਹੈ ਇੱਕ ਲੈਵਲਿੰਗ ਵਾਲਵ ਦੇ ਥਰੂ। ਅਸੀਂ ਅੰਦਰ ਇੱਕ ਪ੍ਰੈਸ਼ਰ ਜਿਹੜਾ ਹੈ ਉਹ ਇੱਕ ਵੈਲਿਊ ਜਿਹੜੀ ਹੈ ਉਹ ਅੰਦਰ ਮੇਨਟੇਨ ਕਰਕੇ ਰੱਖਣੀ ਹੈ, ਉਹਦੇ ਚੋਂ 에ਅਰ ਨੂੰ ਖਤਮ ਨਹੀਂ ਹੋਣ ਦੇਣਾ। Thus the distance between the axle and the frame is maintained। ਇਸ ਤਰ੍ਹਾਂ ਫਿਰ ਕੀ ਹੁੰਦਾ ਹੈ, ਆਪਾਂ ਐਕਸਲ ਤੇ ਫਰੇਮ ਦੇ ਵਿਚਕਾਰ ਇੱਕ ਡਿਸਟੈਂਸ ਮੇਨਟੇਨ ਕਰਕੇ ਰੱਖਦੇ ਹਾਂ। ਉਹ ਡਿਸਟੈਂਸ ਕੌਣ ਮੇਨਟੇਨ ਕਰਦਾ ਹੈ, ਕੰਪਰੈਸਡ 에ਅਰ ਮੇਨਟੇਨ ਕਰਦੀ ਹੈ। ਜੇ ਕੰਪਰੈਸਡ 에ਅਰ ਸਾਰੀ ਨਿਕਲ ਜਾਏਗੀ, ਫੋਰ ਐਗਜ਼ਾਮਪਲ ਆਪਾਂ ਜੇ ਟਾਇਰ ਦੀ ਗੱਲ ਕਰਦੇ ਹਾਂ, ਆਪਣੇ ਟਾਇਰ ਦੇ ਵਿੱਚ ਆਪਾਂ ਹਵਾ ਭਰਦੇ ਹਾਂ, ਜਦੋਂ ਆਪਾਂ ਹਵਾ ਕੱਢ ਦਿੰਦੇ ਹਾਂ ਟਾਇਰ ਸਾਡਾ ਪੈਂਚਰ ਹੋ ਜਾਂਦਾ ਹੈ, ਉਦੋਂ ਟਾਇਰ ਜਿਹੜਾ ਉਹ ਪੂਰੀ ਤਰ੍ਹਾਂ ਜ਼ਮੀਨ ਦੇ ਨਾਲ ਲੱਗ ਜਾਂਦਾ ਹੈ, ਗਰਾਊਂਡ ਦੇ ਨਾਲ ਲੱਗ ਜਾਂਦਾ, ਰੋਡ ਦੇ ਨਾਲ ਲੱਗ ਜਾਂਦਾ ਹੈ। ਉਦਾਂ ਹੀ ਇਹਦੇ ਵਿੱਚ ਜਿਹਦੇ ਚੋਂ ਪੂਰੀ ਦੀ ਪੂਰੀ 에ਅਰ ਨਿਕਲ ਗਈ ਨਾ, ਉਦੋਂ ਫਿਰ ਫਰੇਮ ਨੇ ਕੀ ਕਰਨਾ, ਐਕਸਲ ਦੇ ਨਾਲ ਆ ਕੇ ਜੁੜ ਜਾਣਾ। ਜਦੋਂ ਫਰੇਮ ਐਕਸਲ ਦੇ ਨਾਲ ਆ ਕੇ ਜੁੜ ਗਿਆ, ਫਿਰ ਤੇ ਸਾਰੀਆਂ ਜਿਹੜੀਆਂ ਵਾਈਬ੍ਰੇਸ਼ਨ ਨੇ ਐਕਸਲ ਦੀਆਂ, ਵੀਲ ਦੀਆਂ, ਉਹ ਤੇ ਫਰੇਮ ਤੱਕ ਆਉਣੀਆਂ ਸ਼ੁਰੂ ਹੋ ਜਾਂਦੀਆਂ।
ठीक है। इस करके जो एयर बैग है ਉਹਦੇ ਚੋਂ ਆਪਾਂ एयर ਜਿਹੜੀ ਹੈ ਉਹ ਖਤਮ नहीं ਹੋਣ ਦੇਣੀ। कंप्रेसर की करेगा एयर हमेशा सप्लाई करता रहेगा। इस करके जो डिस्टेंस है एक्सल के फ्रेम के विचकार मेनटेन रहेगा। नाउ एज सून एज द लोड ऑन द एयर बैग इज डिक्रीज्ड द एयर इज रिलीज्ड बैक थ्रू द वॉल। जिदा ही एयर बैग के उत्ते लोड घटेगा उदा ही एयर जी है वो वापस एयर बैग के आ जाएगी। मान लो कोई एक बैग है वो अंदर एयर है वो असी लोड पाया एयर बाहर निकल गई। जिदा ही आप लोड हटावे वापस वो अपनी एयर ਨੂੰ वापस अपने अंदर रिलीज कर देगा ਤੇ वापस अपनी जगह ਤੇ ਉੱਥੇ ਹੀ ओरिजिनल पोजीशन ਤੇ वापस आ जाएगा ਜਦੋਂ ਆਪਾਂ ਲੋਡ ਨੂੰ ਘਟਾਵਾਂਗੇ ਉਦੋਂ। ਹੁਣ 에ਅਰ ਸਪ੍ਰਿੰਗ ਯੂਜ਼ ਕਰਨ ਦੇ ਕੀ ਐਡਵਾਂਟੇਜ ਨੇ? ਇਟ ਮੇਨਟੇਨਸ ਅ ਕਨਸਟੈਂਟ ਡਿਸਟੈਂਸ ਬਿਟਵੀਨ ਦੀ ਫਰੇਮ ਐਂਡ ਰੋਡ ਸਰਫੇਸ। ਜਿਹੜਾ ਫਰੇਮ ਹੈ ਤੇ ਨੀਚੇ ਜਿਹੜਾ ਐਕਸਲ ਲੱਗਾ ਜਾਂ ਜਿਹੜੀ ਰੋਡ ਹੈ ਉਹਦੇ ਵਿਚਕਾਰ ਇੱਕ ਕਨਸਟੈਂਟ ਡਿਸਟੈਂਸ ਬਣਾ ਕੇ ਰੱਖਣਾ ਇਹ ਕੰਮ ਹੈ 에ਅਰ ਸਪ੍ਰਿੰਗ ਦਾ। एक गल याद रखियो एयर स्प्रिंग असी उन्हां गड्डियां च यूज करते हैं जिहड़ियां लग्जरी गड्डियां होंदियां। लग्जरी गड्डियां दे विच एयर स्प्रिंग यूज किया जाता है। इस करके उन्हां दा जिहड़ा सस्पेंशन सिस्टम हुंदा बहुत वधिया हुंदा है, सही तरह काम करता है, अच्छी तरह काम करता है। ईवन कि मतलब जे आपां पानी का गिलास भी भर के विच रख देवांगे किसी पॉश गड्डी दे विच, अच्छी गड्डी दे विच BMW आ गई, ऑडी आ गई जां होर मर्सिडीज वगैरह आ गईयां, इन्हां दे विच पानी का गिलास भी भर के आपां जे रख दईए वो भी नहीं डुलदा। क्यों? क्योंकि ਉਹਦਾ ਸਸਪੈਂਸ਼ਨ ਸਿਸਟਮ ਵਧੀਆ ਹੈ। ਹੁਣ ਉਹਦੇ ਵਿੱਚ ਸਸਪੈਂਸ਼ਨ ਸਿਸਟਮ ਕਿਹੜਾ ਆਪਾਂ ਇਦਾਂ ਦਾ ਸਸਪੈਂਸ਼ਨ ਸਿਸਟਮ ਲਾਤਾ ਜਿਹੜਾ ਇੰਨਾ ਇਫੈਕਟਿਵ ਹੋ ਗਿਆ, ਉਹ ਲੱਗੇ ਉਹਦੇ ਵਿੱਚ 에ਅਰ ਸਪ੍ਰਿੰਗ। 에ਅਰ ਸਪ੍ਰਿੰਗ ਕੀ ਕਰਦੇ ਨੇ? ਇੱਕ ਡਿਸਟੈਂਸ ਜਿਹੜਾ ਫਰੇਮ ਦੇ ਵਿਚਕਾਰ ਤੇ ਰੋਡ ਦੇ ਵਿਚਕਾਰ ਉਹਨੂੰ ਮੇਨਟੇਨ ਕਰਕੇ ਰੱਖਣ ਦੇ ਵਿੱਚ ਹੈਲਪ ਕਰਦੇ ਨੇ। ਦਿਸ ਇਜ਼ ਅ ਲੋ ਫ੍ਰੀਕੁਐਂਸੀ ਸਪ੍ਰਿੰਗ ਵਿਚ ਗਿਵਸ ਅ ਕੰਫਰਟੇਬਲ ਰਾਈਡ। ਲੋ ਫ੍ਰੀਕੁਐਂਸੀ ਸਪ੍ਰਿੰਗ ਦਾ ਮਤਲਬ ਕੀ ਹੁੰਦਾ? ਫ੍ਰੀਕੁਐਂਸੀ ਦਾ ਮਤਲਬ ਕੀ ਹੈ? ਕੋਈ ਚੀਜ਼ ਜਦੋਂ ਬਾਰ-ਬਾਰ ਰਿਪੀਟ ਹੋਵੇ। ਇੱਕ ਵਾਰ ਕੋਈ ਚੀਜ਼ ਹੋਈ ਉਸ ਤੋਂ ਬਾਅਦ ਫਿਰ ਦੁਬਾਰਾ ਹੋਈ, फिर दोबारा हुई, फिर दोबारा हुई, इनू असीं कहने फ्रीकुएंसी। ठीक है, ਇਹਦੀ ਜਿਹੜੀ फ्रीकुएंसी है वो लो है, मतलब ਇਹ ਜਿਹੜਾ ਝਟਕਾ है ਇਹ बार-बार ऐदा झटका नहीं मारेगा, ਇਹਦੀ फ्रीकुएंसी बड़ी लो है। ठीक है, एक झटके तो बाद जो दूजा झटका मारदा है ਇਹਨੇ ਉਹਦੇ ਵਿੱਚ गैप ਲੈਣਾ। इस करके ਇਹਦੀ फ्रीकुएंसी घट होने के कारण ਇਹ ਸਾਨੂੰ ਜਿਹੜਾ राइड प्रोवाइड करेगा वो कंफर्टेबल राइड प्रोवाइड करेगा। सिंपल जी गल है, जे कोई चीज़ घट झटका लेगी तो ਸਾਨੂੰ राइड भी कंफर्टेबल देगी। उदा ही जो एयर स्प्रिंग है एक लो फ्रीकुएंसी स्प्रिंग है, इस करके सानू जी राइड देनी है वो कंफर्टेबल देनी है। इट्स फ्रीकुएंसी रिमेन्स कॉन्स्टेंट। ਇਹਦਾ मतलब की होया भी जी फ्रीकुएंसी है वो कॉन्स्टेंट रहिंदी है। भी मतलब यह नहीं भी एयर स्प्रिंग ने कभी झटका सानू ज़्यादा मारना है, कभी झटका घट मारना है। ਇਹਦੀ ਜਿਹੜੀ फ्रीकुएंसी है वो कॉन्स्टेंट रहनी है, चाहे टोया छोटा है चाहे टोया वड्डा है। उन्हें एक नॉर्मल जिहा सानू महसूस होएगा भी कोई टोया सीगा ते आपां उहदे चों पास कीते हैं। फ्रीकुएंसी इहदी जिहड़ी है वो कॉन्स्टेंट रहेगी, बहुता ज़्यादा झटका सानू नहीं लगेगा, चाहे टोया वड्डा होवे चाहे टोया छोटा होवे। मतलब फ्रीकुएंसी मतलब खुल्लण ते बंद होण दा जिहड़ा इहदा रेट है वो बराबर है, कॉन्स्टेंट है। ਇਹ नहीं भी कभी ज़्यादा झटका लग गया कभी घट झटका लग गया। तीन एडवांटेज हो गए, एक इन्ने डिस्टेंस बना के रखिया फ्रेम ते रोड के विचकार। दूजा की एडवांटेज हो गया जी ਇਹਦੀ ਜਿਹੜੀ फ्रीकुएंसी ਉਹ ਘੱਟ है। तीजा की एडवांटेज हो गया जी ਇਹ ਜਿਹੜੀ फ्रीकुएंसी ਉਹ कॉन्स्टेंट है। इस करके ਜਿਹੜੀ ਸਾਨੂੰ राइड मिलेगी एयर स्प्रिंग ਦੇ ਨਾਲ ਉਹ कंफर्टेबल राइड मिलेगी। ਅੱਗੋਂ आ गए जी हेल्पर स्प्रिंग। हेल्पर स्प्रिंग की चीज़ है, यह अलग टॉपिक है। ਜਿਹੜੇ टाइप्स ऑफ सस्पेंशन स्प्रिंग ਸੀਗੇ ਉਹ खत्म हो गए, ਇੱਥੋਂ ਅੱਗੋਂ शुरू होए हेल्पर स्प्रिंग। हेल्पर स्प्रिंग की करते ने? हेल्पर जितना ਤੁਹਾਨੂੰ पता लग गया नाम तो, मदद। ਉਹ स्प्रिंग ਜਿਹੜੇ आम ਆਪਾਂ ਜਿਹੜੇ स्प्रिंग यूज करते पे हाँ, लीव स्प्रिंग यूज करते पे हाँ, चाहे कोयल स्प्रिंग यूज करते पे हाँ, ਉਹਨਾਂ ਦੀ मदद करते हैं। ਆਪਾਂ ਜਿਹੜਾ ਲੀਵ ਸਪ੍ਰਿੰਗ ਦੇਖਿਆ ਸੀਗਾ ਉਹ ਕੁਝ ਇਸ ਤਰ੍ਹਾਂ ਦਾ ਸੀਗਾ। ਜਿਹੜੇ ਆਪਾਂ ਲੋਅਰ ਪਾਰਟ ਦੀ ਗੱਲ ਕਰਦੇ ਹਾਂ, ਉੱਪਰ ਵਾਲਾ ਪਾਰਟ ਜਿਹੜਾ ਇਹ ਆਪਾਂ ਨਵਾਂ ਹੀ ਦੇਖਿਆ ਵੀ ਇੱਕ ਨਵੀਂ ਚੀਜ਼ ਲੱਗੀ ਨਾਲ। ਉਹ ਕੀ ਚੀਜ਼ ਹੈ? ਇਹਨੂੰ ਅਸੀਂ ਹੈਲਪਰ ਸਪ੍ਰਿੰਗ ਕਹਿੰਦੇ ਹਾਂ, ਉੱਪਰ ਵਾਲੇ ਪਾਰਟ। ਇਹ ਅਸੀਂ ਕੋਇਲ ਸਪ੍ਰਿੰਗ ਦੇ ਵਿੱਚ ਵੀ ਹੈਲਪਰ ਸਪ੍ਰਿੰਗ ਯੂਜ਼ ਕਰ ਸਕਦੇ ਹਾਂ ਤੇ ਲੀਵ ਸਪ੍ਰਿੰਗ ਦੇ ਵਿੱਚ ਵੀ ਹੈਲਪਰ ਸਪ੍ਰਿੰਗ ਯੂਜ਼ ਕਰ ਸਕਦੇ ਹਾਂ। ਐ ਨਹੀਂ ਵੀ ਇਕੱਲਾ ਲੀਵ ਸਪ੍ਰਿੰਗ ਦੇ ਵਿੱਚ ਹੀ ਹੈਲਪਰ ਸਪ੍ਰਿੰਗ ਆਉਂਦੇ ਨੇ, ਲੀਵ ਸਪ੍ਰਿੰਗ 'ਚ ਵੀ ਆਉਂਦੇ ਨੇ ਤੇ ਕੋਇਲ ਸਪ੍ਰਿੰਗ 'ਚ ਵੀ ਆਉਂਦੇ ਨੇ। ਕੋਇਲ ਸਪ੍ਰਿੰਗ 'ਚ ਤੁਸੀਂ ਦੇਖਿਆ ਹੋਏਗਾ ਜਦੋਂ ਅਸੀਂ ਬਾਈਕ ਦੇ ਚੋਕਰ ਦੇਖਦੇ ਹਾਂ ਤੇ ਉਹ ਇੱਕ ਸਪ੍ਰਿੰਗ ਹੁੰਦਾ, ਉਹਦੇ ਅੰਦਰ ਇੱਕ ਸਪ੍ਰਿੰਗ ਹੋਰ ਵੀ ਹੁੰਦਾ। ਕੋਇਲ ਸਪ੍ਰਿੰਗ ਇੱਕ ਬਾਹਰ ਵੀ ਲੱਗਾ ਹੁੰਦਾ, ਇੱਕ ਅੰਦਰ ਕੋਇਲ ਸਪ੍ਰਿੰਗ ਹੋਰ ਵੀ ਘੁੰਮਿਆ ਹੁੰਦਾ, ਉਹ ਤਾਂ ਹੈਲਪਰ ਸਪ੍ਰਿੰਗ ਹੁੰਦਾ। ਸੋ ਹੈਲਪਰ ਸਪ੍ਰਿੰਗ ਜਿਹੜੇ ਨੇ, these springs are used for heavily loaded vehicles। ਹੈਲਪਰ ਸਪ੍ਰਿੰਗ ਅਸੀਂ ਉਹਨਾਂ ਗੱਡੀਆਂ 'ਚ ਯੂਜ਼ ਕਰਦੇ ਹਾਂ ਜਿਹੜੀਆਂ ਗੱਡੀਆਂ ਹੈਵੀਲੀ ਲੋਡਿਡ ਹੋਣ।
ਜਿਨ੍ਹਾਂ ਦੇ ਵਿੱਚ ਲੋਡ ਜ਼ਿਆਦਾ ਆਪਾਂ ਲੋਡ ਕਰਦੇ ਹੋਈਏ ਉਹਨਾਂ ਗੱਡੀਆਂ 'ਚ ਆਪਾਂ ਹੈਲਪਰ ਸਪ੍ਰਿੰਗ ਯੂਜ਼ ਕਰਦੇ ਹਾਂ। ਜਨਰਲੀ ਥੀਸ ਆਰ ਯੂਜ਼ਡ ਇਨ ਦੀ ਰੀਅਰ ਸਸਪੈਂਸ਼ਨ ਸਿਸਟਮ। ਜ਼ਿਆਦਾਤਰ ਜਿਹੜੇ ਹੈਲਪਰ ਸਪ੍ਰਿੰਗ ਨੇ ਉਹ ਰੀਅਰ ਸਸਪੈਂਸ਼ਨ ਸਿਸਟਮ 'ਚ ਯੂਜ਼ ਹੋਣਗੇ, ਮਤਲਬ ਗੱਡੀਆਂ ਦੇ ਪਿਛਲੇ ਪਾਸੇ ਜਿਹੜਾ ਸਸਪੈਂਸ਼ਨ ਸਿਸਟਮ ਹੋਏਗਾ ਉਹਦੇ ਵਿੱਚ ਆਪਾਂ ਹੈਲਪਰ ਸਪ੍ਰਿੰਗ ਯੂਜ਼ ਕਰਾਂਗੇ। ਤੁਸੀਂ ਬਾਈਕ ਦਾ ਵੀ ਦੇਖਿਆ ਹੀ ਹੋਏਗਾ, ਸਪ੍ਰਿੰਗ ਜਿਹੜਾ ਹੁੰਦਾ ਕੋਇਲ ਸਪ੍ਰਿੰਗ ਉਹ ਵੀ ਰੀਅਰ ਸਾਈਡ ਤੇ ਲੱਗਾ ਹੁੰਦਾ ਹੈ। ਤੇ ਜੇ ਆਪਾਂ ਟਰੱਕਾਂ ਦੀ ਗੱਲ ਕਰਾਂਗੇ ਉਹਨਾਂ 'ਚ ਵੀ ਰੀਅਰ ਸਸਪੈਂਸ਼ਨ ਯੂਜ਼ ਹੋਏਗਾ। ਦੀ ਹੈਲਪਰ ਸਪ੍ਰਿੰਗ ਮੇ ਬੀ ਲੀਫ ਟਾਈਪ ਔਰ ਕੋਇਲ ਟਾਈਪ। ਜਿਹੜਾ ਹੈਲਪਰ ਸਪ੍ਰਿੰਗ ਹੈ ਉਹ ਲੀਫ ਟਾਈਪ ਵੀ ਹੋ ਸਕਦਾ ਹੈ ਤੇ ਕੋਇਲ ਟਾਈਪ ਵੀ ਹੋ ਸਕਦਾ ਹੈ। ਇਹ ਮੈਂ ਤੁਹਾਨੂੰ ਪਹਿਲੇ ਹੀ ਦੱਸਦਾ ਹੈ, ਦੋਵਾਂ ਚੋਂ ਕੋਈ ਟਾਈਪ ਦਾ ਵੀ ਹੈਲਪਰ ਸਪ੍ਰਿੰਗ ਹੋ ਸਕਦਾ ਹੈ। It is added to the existing leaf spring at center and the two eyes are attached to the frame with the help of brackets. ਇਹਨੂੰ ਅਸੀਂ ਐਡ ਕਿਉਂ ਕਰਦੇ ਹਾਂ? ਜਿਹੜੇ ਐਗਜ਼ਿਸਟਿੰਗ ਲੀਫ ਨੇ at the center and the two eyes are attached to the frame with the help of brackets. ਉਹ ਕੀ ਕਹਿੰਦੇ ਨੇ ਇਹਨਾਂ ਨੂੰ? ਇਹ ਜਿਵੇਂ ਆ ਲੀਫ ਸਪ੍ਰਿੰਗ ਸੀਗਾ ਨੋਰਮਲ, ਉਹਦੇ ਸੈਂਟਰ ਦੇ ਵਿੱਚ ਆਪਾਂ ਇਹਨੂੰ ਅਟੈਚ ਕਰਤਾ, ਠੀਕ ਹੈ। ਇਹਨੂੰ ਅਟੈਚ ਕਰਨ ਦੇ ਲਈ ਸਾਨੂੰ ਇਹਦੀਆਂ ਵੀ ਦੋ ਆਈਜ਼ ਬਣਾਉਣੀਆਂ ਪੈਣਗੀਆਂ। ਜਿੱਦਾਂ ਇਹਦੀਆਂ ਆਈਜ਼ ਬਣੀਆਂ ਨੇ ਨਾ, ਉਦਾਂ ਹੀ ਇਹਦੀਆਂ ਵੀ ਆਈਜ਼ ਬਣਨਗੀਆਂ। ਤੇ ਇਹਦੀਆਂ ਆਈਜ਼ ਜਿਹੜੀਆਂ ਬਣਨਗੀਆਂ ਉਹਨੂੰ ਅਸੀਂ ਫਰੇਮ ਦੇ ਨਾਲ ਅਟੈਚ ਕਰਾਂਗੇ ਵਿਦ ਦੀ ਹੈਲਪ ਆਫ ਬ੍ਰੈਕਟਸ। ਫਰੇਮ ਦੇ ਨਾਲ ਅਟੈਚ ਕਰਨ ਦੇ ਲਈ ਸਾਨੂੰ ਜਿਹੜੇ ਹੈਲਪਰ ਸਪ੍ਰਿੰਗ ਨੇ ਉਹਨਾਂ ਦੀ ਆਈ ਵੀ ਬਣਾਉਣੀ ਪਏਗੀ ਤੇ ਫਰੇਮ ਦੇ ਵਿੱਚ ਫਿੱਟ ਕਰਨ ਦੇ ਲਈ ਕੋਈ ਜੁਗਾੜ ਵੀ ਬਣਾਉਣਾ ਪਏਗਾ। ਆਪਣੇ ਆਪ ਨਹੀਂ ਇਹਨਾਂ ਨੇ ਜੁਗਾੜ ਏਦਾਂ ਹੀ ਨਹੀਂ ਆਪਾਂ ਯੂਜ਼ ਕਰ ਦੇਣਾ ਇਹਨਾਂ ਨੂੰ ਫਰੇਮ ਦੇ ਨਾਲ ਅਟੈਚ ਕਰਨਾ ਆਪਾਂ। The helper springs come into action when a certain limit of load is exceeded. ਹੁਣ ਹੈਲਪਰ ਸਪ੍ਰਿੰਗ ਨੇ ਕੰਮ ਕਦੋਂ ਕਰਨਾ ਹੈ? ਹੈਲਪਰ ਸਪ੍ਰਿੰਗ ਨੇ ਕੰਮ ਉਦੋਂ ਕਰਨਾ ਹੈ ਜਦੋਂ ਇੱਕ ਸਰਟਨ ਲਿਮਿਟ ਕ੍ਰੋਜ਼ ਹੋ ਜਾਣੀ ਹੈ। ਫੋਰ ਐਗਜ਼ਾਮਪਲ ਇੱਕ ਟਰੱਕ ਹੈ, ਮੰਨ ਲਓ ਟਰੱਕ ਨੇ 5 ਟਨ ਮਾਲ ਚੱਕਣਾ ਹੈ, ਠੀਕ ਹੈ। ਇੱਕ ਟਰੱਕ ਹੈ, ਉਹ ਟਰੱਕ 5 ਟਨ ਮਾਲ ਆਪਣੇ ਅੰਦਰ ਲੋਡ ਕਰ ਸਕਦਾ ਹੈ, ਬਟ ਅਸੀਂ ਚਾਹੁੰਦੇ ਹਾਂ ਉਹ 7 ਟਨ ਮਾਲ ਲੋਡ ਕਰ ਸਕੇ, 7 ਟਨ ਮਾਲ ਨੂੰ ਆਪਣੇ ਅੰਦਰ ਲੋਡ ਕਰ ਸਕੇ। ਹੁਣ ਜੇ ਆਪਾਂ ਉਹਦੇ ਕੋਲ 7 ਟਨ ਮਾਲ ਲੋਡ ਕਰਾਉਣਾ ਹੈ ਤੇ ਸਾਨੂੰ ਉਹਦੇ ਵਾਸਤੇ ਹੈਲਪਰ ਸਪ੍ਰਿੰਗ ਲਾਣੇ ਪੈਣਗੇ। ਤੇ ਉਹ ਹੈਲਪਰ ਸਪ੍ਰਿੰਗ ਕੰਮ ਕਦੋਂ ਕਰਨਗੇ? ਜਦੋਂ 5 ਟਨ ਤੋਂ ਵੱਧ ਲੋਡ ਟਰੱਕ ਤੇ ਪਏਗਾ, ਉਦੋਂ ਉਹਨਾਂ ਨੇ ਕੰਮ ਕਰਨਾ ਹੈ। ਐ ਨਹੀਂ ਵੀ ਆਪਾਂ 2 ਟਨ ਲੋਡ ਪਾਤਾ, 3 ਟਨ ਲੋਡ ਪਾਤਾ, ਉਨੀ ਦੇਰ ਤੱਕ ਹੈਲਪਰ ਸਪ੍ਰਿੰਗ ਨੇ ਕੰਮ ਨਹੀਂ ਕਰਨਾ ਜਿੰਨੀ ਦੇਰ ਤੱਕ ਜੋ ਲਿਮਟ ਹੈ। ਜੇ 5 ਟਨ ਲਿਮਟ ਹੈ, 5 ਟਨ ਤੋਂ ਵੱਧ ਲੋਡ ਨਹੀਂ ਪਏਗਾ। ਬਿਲੋ ਦੀ ਲਿਮਟ ਓਨਲੀ ਦੀ ਮੇਨ ਸਪ੍ਰਿੰਗ ਵਰਕ। ਜੇ 5 ਟਨ ਤੋਂ ਘੱਟ ਰਹਿ ਗਿਆ, ਜਿੰਨੀ ਉਹਦੀ ਲਿਮਟ ਸੀਗੀ, ਜੇ ਉਹ ਤੋਂ ਘੱਟ ਰਹਿ ਗਿਆ ਉਦੋਂ ਸਿਰਫ ਫਿਰ ਮੇਨ ਸਪ੍ਰਿੰਗ ਕੰਮ ਕਰਨਗੇ, ਉਦੋਂ ਹੈਲਪਰ ਸਪ੍ਰਿੰਗ ਕੰਮ ਨਹੀਂ ਕਰੇਗਾ। ਹੈਲਪਰ ਸਪ੍ਰਿੰਗ ਨੇ ਕੰਮ ਉਦੋਂ ਹੀ ਕਰਨਾ ਹੈ ਜਦੋਂ ਲੋਡ ਇੱਕ ਸਰਟਨ ਲਿਮਿਟ ਤੋਂ ਵੱਧ ਗਿਆ। ਸੋ ਇਹ ਸੀਗਾ ਤੁਹਾਡਾ ਹੈਲਪਰ ਸਪ੍ਰਿੰਗ। ਇੱਥੇ ਤੁਹਾਡਾ ਸਸਪੈਂਸ਼ਨ ਸਪ੍ਰਿੰਗ ਦਾ ਟੌਪਿਕ ਖਤਮ ਹੋ ਗਿਆ ਤੇ ਨਾਲ ਇੱਕ ਛੋਟਾ ਜਿਹਾ ਟੌਪਿਕ ਹੋਰ ਖਤਮ ਹੋ ਗਿਆ ਹੈਲਪਰ ਸਪ੍ਰਿੰਗ ਦਾ। ਸੋ ਅਸੀਂ ਹੁਣ ਨੈਕਸਟ ਲੈਕਚਰ 'ਚ ਗੱਲ ਕਰਾਂਗੇ ਅਗਲੇ ਟੌਪਿਕ ਦੀ। ਉਦੋਂ ਤੱਕ ਥੈਂਕ ਯੂ ਸੋ ਮਚ।